गुड ईवनिंग एवरीवन। गिल्ज मेंटोर ਦੇ ऑफिशियली YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰ ਰਿਹਾ ਔਰ ਉਮੀਦ ਕਰ ਰਿਹਾ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। वी आर बैक, मैं कह सकता हाँ ਅਸੀਂ वापस आ चुके हैं और आफ्टर लगभग 3 ਦਿਨਾਂ ਦੇ ਗੈਪ ਤੋਂ ਬਾਅਦ ਆਪਣੀਆਂ ਕਲਾਸਿਸ ਵਾਪਸ ਕੰਟੀਨਿਊ ਹੋਣ ਜਾ ਰਹੀਆਂ हैं। ਦੋਸਤੋ ਅੱਜ ਦਾ ਪਾਰਟਿਕੂਲਰ ਸੈਸ਼ਨ ਰੀਜ਼ਨਿੰਗ 'ਚ ਬਲੱਡ ਰਿਲੇਸ਼ਨ ਹੋਏਗਾ। ਜ਼ਬਰਦਸਤ ਟ੍ਰਿਕਸ ਦੱਸਾਂਗਾ, ਬਹੁਤ ਇੰਪੋਰਟੈਂਟ ਤਰੀਕਾ ਦੱਸਾਂਗਾ ਕਿ ਤੁਸੀਂ ਕਿਸੇ ਵੀ एग्जाम 'ਚ ਬੈਠੋ, पटवारी, PPSC, PSSB या अदरवाइज जैसे कि इंस्पैक्टर पोस्ट ਲਈ ਕਦੇ ਵੀ ਤੁਸੀਂ एग्जाम 'ਚ ਬੈਠੋ, ਅਪਕਮਿੰਗ NTPC रेलवेज ਦੇ एग्जाम ਨੇ ਜਾਂ ਤੁਸੀਂ SSC एग्जाम 'ਚ ਬੈਠੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਇਸ ਤੋਂ ਹੈਲਪ ਹੋਏਗੀ। ਬਿਹਤਰ ਤਰੀਕਾ ਦੱਸਾਂਗਾ ਇੱਕ ਛੋਟੇ ਜਿਹੇ ਮੈਥਡ ਨਾਲ ਤੁਸੀਂ ਕਿਦਾਂ ਆਪਣਾ ਲੈਵਲ ਪਾਰਟਿਕੂਲਰ ਇਨ ਬਲੱਡ ਰਿਲੇਸ਼ਨ 'ਚ ਵਧਾ ਸਕਦੇ ਹੋ ਕੀ ਮੈਥਡ ਕੀ ਤਰੀਕਾ ਹੁੰਦਾ ਹੈ ਉਸ ਤੇ ਡਿਸਕਸ ਕਰਾਂਗੇ। ਇਹਦੇ ਨਾਲ ਦੱਸਣਾ ਚਾਹੁੰਦਾ ਕਿ ਪੰਜਾਬ ਪਟਵਾਰੀ 90 ਦਿਨਾਂ ਦੇ ਕ੍ਰੈਸ਼ ਕੋਰਸ ਦੇ ਤਹਿਤ ਵਾਪਸ ਤੋਂ ਤੁਹਾਨੂੰ ਇੱਕ ਰੀਸਟਰਕਚਰ ਬਣਾ ਕੇ ਅਸੀਂ ਦਿੱਤਾ ਹੈ, ਵਾਪਸ ਤੋਂ ਸ਼ਡਿਊਲ ਦਿੱਤਾ ਹੈ ਕਿ ਕਿੱਦਾਂ ਅਸੀਂ 90 ਦਿਨਾਂ ਦੇ ਮਿਸ਼ਨ ਦੇ ਤਹਿਤ ਤੁਹਾਡੀ ਪ੍ਰੀਪਰੇਸ਼ਨ ਕਰਾਵਾਂਗੇ ਔਰ ਕਿੱਦਾਂ ਤੁਸੀਂ ਕੋਈ ਵੀ 90 ਦਿਨਾਂ ਦੇ ਅੰਦਰ ਆਪਣਾ ਰਿਜ਼ਲਟ ਹੈ ਉਹ ਪੋਜ਼ਿਟਿਵ ਯਕੀਨੀ ਬਣਾ ਸਕਦਾ ਹੈ। पार्टिकुलर गल करते हैं कि सब्जैक्ट वाइज थे तो रीजनिंग का सब्जैक्ट बहुत अहम होएगा क्योंकि 20 क्वेश्चनस 20 नंबर की रीजनिंग आएगी और एज पर जिमें कि प्रीवियस ईयर पेपर भी थोड़ा दिखाया सीगा कि रीजनिंग के क्वेश्चनस किदां दे आए सी उदां ही आप ब्लड रिलेशन करांगे। दोस्तों ब्लड रिलेशन करने तो पहला दसना चाहना है कि जे तुसी चैनल सबसक्राइब नहीं किया तो सबसक्राइब करो ਅਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਹੈ। ਡਿਸਕ੍ਰਿਪਸ਼ਨ ਬਾਕਸ ਦਿੱਤੇ ਗਏ ਸਾਡੇ ਇੰਸਟਾਗ੍ਰam, ਟੈਲੀਗ੍ਰਾਮ, WhatsApp ਤੇ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ ਜਿੱਥੇ ਇੰਪੋਰਟੈਂਟ ਅਪਡੇਟਸ ਔਰ ਕਰੰਟ ਅਫੇਅਰ ਦੀ ਮੈਗਜ਼ੀਨ ਵਗੈਰਾ ਤੁਹਾਨੂੰ ਫ੍ਰੀ ਚ ਦੇ ਦਿੱਤੀਆਂ ਜਾ ਰਹੀਆਂ। ਇਹਦੇ ਨਾਲ ਕਲਾਸ ਦੇ PDFs ਵੀ ਉੱਥੇ ਅਵੇਲੇਬਲ ਕਰਵਾਏ ਜਾ ਰਹੇ ਨੇ ਤਾਂ ਕਿ ਸਾਰੇ ਸਟੂਡੈਂਟਸ ਉਸ ਨੂੰ ਰਿਵਾਈਜ਼ ਕਰ ਸਕਣ। ਜੋ ਪੜ੍ਹਿਆ ਹੈ ਉਹਨੂੰ ਰਿਵੀਜ਼ਨ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਆਪਾਂ ਭੁੱਲ ਜਾਾਂਗੇ। ਤਾਂ ਪਲੀਜ਼ ਚੈਨਲ ਨੂੰ ਸ਼ੇਅਰ ਕਰ ਦਿਓ, ਪਾਰਟਿਕੂਲਰ ਸੈਸ਼ਨ ਨੂੰ ਆਈ ਰਿਕੁਐਸਟ ਯੂ ਪਲੀਜ਼ ਸ਼ੇਅਰ ਕਰ ਦਿਓ। ਸ਼ੇਅਰ ਕਰਨ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਦੇਖੋ ਬਲੱਡ ਰਿਲੇਸ਼ਨ ਦੇ ਵਿੱਚ ਤੁਸੀਂ ਮੇਨਲੀ ਦੋ ਗੱਲਾਂ ਬਹੁਤ ਇੰਪੋਰਟੈਂਟ ਹੈ ਜਾਣਨੀਆਂ। ਬਲੱਡ ਰਿਲੇਸ਼ਨ ਜੋ ਕਿ ਖੂਨ ਦਾ ਰਿਸ਼ਤਾ ਹੈ, ਇਸ ਖੂਨ ਦੇ ਰਿਸ਼ਤੇ ਦੇ ਵਿੱਚ ਤੁਸੀਂ ਕਿੱਦਾਂ ਅਹਿਮ ਰੋਲ ਨਿਭਾ ਸਕਦੇ ਹੋ ਇਹ ਸਭ ਤੋਂ ਜ਼ਰੂਰੀ ਹੈ। ਦੇਖੋ ਸਭ ਤੋਂ ਪਹਿਲਾ ਤਰੀਕਾ ਜਦੋਂ ਵੀ ਬਲੱਡ ਰਿਲੇਸ਼ਨ ਦੇ ਕੁਐਸਚਨ ਪੁੱਛੇ ਜਾਣਗੇ, ਬਲੱਡ ਰਿਲੇਸ਼ਨ ਦੇ ਕੁਐਸਚਨ ਸਾਨੂੰ ਬੇਸਿਕਲੀ 3 ਪ੍ਰਕਾਰ ਦੇ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾ ਤਰੀਕਾ ਬਲੱਡ ਰਿਲੇਸ਼ਨ ਦੇ ਸਾਨੂੰ ਕੁਐਸਚਨਸ ਪੁੱਛੇ ਜਾਂਦੇ ਨੇ ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਇੱਕ ਮਿਰਰ ਦੇ ਵਿੱਚ, ਠੀਕ ਹੈ, ਇੱਕ ਲੜਕੀ ਹੈ, ਉਹਦੇ ਵੱਲ ਇੱਕ ਲੜਕੀ ਇਸ਼ਾਰਾ ਕਰਕੇ ਕਹਿੰਦੀ ਹੈ ਕਿ ਇਹ ਮੇਰੇ ਫਾਦਰ ਦੀ ਇਕਲੌਤੀ ਬੇਟੀ ਹੈ। ਡੈਫੀਨੇਟਲੀ ਇਦਾਂ ਦੇ ਕੁਐਸਚਨ ਹੈ। ਦੂਜੇ ਤਰੀਕੇ ਹੁੰਦੇ ਹੈ ਕਿ ਜਨਰਲੀ ਜਿਵੇਂ ਪੁੱਛਿਆ ਜਾਂਦਾ ਹੈ ਕਿ M ਹੈ ਉਹ P ਦਾ ਫਾਦਰ ਹੈ, P ਹੈ ਉਹ D ਦਾ ਸਨ ਹੈ, ਠੀਕ ਹੈ, D ਹੈ ਔਰ ਜਿੱਥੋਂ ਗੱਲ ਕਰਦੇ ਹਾਂ ਕਿ ਆਪਾਂ T ਹੈ, D ਅਤੇ T ਦੋਨੋਂ ਸਿਸਟਰਸ ਨੇ। ਜਨਰਲੀ ਇਦਾਂ ਦੇ ਕੁਐਸਚਨਸ ਹੁੰਦੇ ਨੇ ਜੋ ਕਿ ਇੱਕ ਟਰਮ ਵਾਈਜ਼ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਹੈ। ਦੋਸਤੋ ਤੀਜੇ ਤਰੀਕੇ ਦਾ ਕੁਐਸਚਨ ਪੁੱਛਿਆ ਜਾਂਦਾ ਹੈ ਜੋ ਕਿ ਇੱਕ ਆਪਾਂ ਨੂੰ ਪੂਰੀ ਸੀਰੀਜ਼ ਦਿੱਤੀ ਜਾਂਦੀ, ਇੱਕ ਫੈਮਿਲੀ ਦਿੱਤੀ ਜਾਂਦੀ ਹੈ। ਫੈਮਿਲੀ ਦੇ ਵਿੱਚ ਐਂ ਦਿੱਤਾ ਜਾਊਗਾ ਕਿ देयर आर 6 ਮੈਂਬਰ। ਇਸ ਫੈਮਿਲੀ 'ਚ ਪਰਿਵਾਰ 'ਚ 6 ਸਦੱਸਿਆ ਨੇ ਜਿਨ੍ਹਾਂ 'ਚੋਂ 3 ਫੀਮੇਲ ਨੇ ਅਤੇ ਕਹਿ ਸਕਦੇ ਨੇ ਕਿ 2 ਮੇਲ ਨੇ ਅਤੇ 1 ਚਾਈਲਡ ਹੈ। ਇੱਦਾਂ ਵੀ ਦਿੱਤਾ ਜਾ ਸਕਦਾ ਹੈ ਜਾਂ ਇੱਦਾਂ ਕਿਹਾ ਜਾ ਸਕਦਾ ਹੈ ਕਿ 9 ਮੈਂਬਰਾਂ ਦਾ ਇੱਕ ਪਰਿਵਾਰ ਹੈ, 9 ਸਦੱਸਿਆਂ ਦਾ ਇੱਕ ਪਰਿਵਾਰ ਹੈ ਜਿਹਦੇ 'ਚੋਂ 4 ਕਪਲ ਨੇ ਜਾਂ ਐਂ ਵੀ ਦੇ ਸਕਦੇ ਆ ਜਾਂ 3 ਕਪਲ ਨੇ, ਇੱਦਾਂ ਦੇ ਸਕਦੇ ਆ। T ਦਾ ਚਾਚਾ ਆ, M ਦੀ ਮਾਸੀ ਹੈ, ਇੱਦਾਂ ਕਰਕੇ ਬਣਾਇਆ ਜਾ ਸਕਦਾ ਕੁਝ ਵੀ। ਦਰਅਸਲ ਇਹ 3 ਤਰੀਕੇ ਦੇ ਕੁਐਸਚਨ ਹੁੰਦੇ ਆ। ਤਿੰਨਾਂ ਤਰੀਕੇ ਦੇ ਕੁਐਸਚਨ ਤੇ ਵਿਚਾਰ ਕਰਾਂਗੇ, ਪੂਰਾ ਤੁਹਾਨੂੰ ਪ੍ਰੋਪਰ ਪ੍ਰੋਸੀਜਰ ਦੱਸਾਂਗਾ। ਬਹਿਰਹਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਇਹਨਾਂ ਤਿੰਨਾਂ ਤਰੀਕੇ ਨੂੰ ਤਰੀਕਾ ਬਲੱਡ ਰਿਲੇਸ਼ਨ 'ਚ ਕੀ ਹੈ ਔਰ ਤੁਹਾਡਾ ਅਹਿਮ ਰੋਲ ਕੀ ਹੈ। ਤੁਸੀਂ ਸੈਂਟਰਲ ਦੇ ਵਿੱਚ ਬੈਠੇ ਹੋ, ਤੁਹਾਡਾ ਬਹੁਤ ਇੰਪੋਰਟੈਂਟ ਰੋਲ ਹੈ। ਤਰੀਕੇ ਸਭ ਤੋਂ ਪਹਿਲਾਂ ਬੈਸਟ ਜੋ ਤਰੀਕਾ ਹੈ ਨਾ, ਬੈਸਟ ਮੈਥਡ ਹੈ, ਉਹ ਬੈਸਟ ਮੈਥਡ ਇਹ ਹੈ ਦੋਸਤੋ ਕਿ 2 ਤਰੀਕੇ ਤੁਸੀਂ ਸਮਝਣੇ ਆ। ਅਸੀਂ ਇੱਥੇ ਬੈਠੇ ਹਾਂ, ਇਹ ਅਸੀਂ ਖੁਦ ਹੈ, ਠੀਕ ਹੈ, ਸਾਡੀ ਏਜ ਜਿੰਨੀ ਵੀ ਹੈ, ਲੇਕਿਨ ਸਾਡੀ ਰੀਅਲ ਲਾਈਫ ਦੇ ਵਿੱਚ ਸਾਡੇ ਤੋਂ ਜਿੰਨੇ ਵੀ ਵੱਡੇ ਰਿਸ਼ਤੇ ਨਾਤੇ ਹੈ ਉਹਨਾਂ ਨੂੰ ਹਮੇਸ਼ਾ ਆਪਾਂ ਜਦੋਂ ਵੀ ਆਪਾਂ ਡਰਾਅ ਕਰਾਂਗੇ, ਜਦੋਂ ਵੀ ਕਰਾਂਗੇ, ਉਹਨਾਂ ਨੂੰ ਸਾਡੇ ਤੋਂ ਅਹਿਮੀਅਤ ਹਮੇਸ਼ਾ ਉੱਪਰ ਦੇਣੀ ਹੈ। ਜਿਵੇਂ ਕਿ ਆਪਾਂ ਪੈਟਰਨਲ ਦੀ ਗੱਲ ਕਰਦੇ ਹਾਂ, ਪੈਟਰਨਲ ਹੁੰਦੇ ਨੇ ਸਾਡੇ ਦਾਦੇ ਵਾਲੇ ਪਾਸੇ। ਜਨਰਲੀ ਗੱਲ ਹੈ ਜਿਵੇਂ ਕਿ ਆਪਾਂ ਇੰਡੀਅਨ ਪद्धਤੀ ਨੂੰ ਅਪਣਾਉਨੇ ਆ ਕਿ ਅਕਸਰ ਵਾਰ ਜਿਵੇਂ ਗੋਤ ਲਾਇਆ ਜਾਂਦਾ ਹੈ, ਕਿਸੇ ਦਾ ਨਾਮ ਮਾਨ, ਗਿੱਲ, ਜੋ ਵਾਟਐਵਰ ਕਿੱਦਾਂ ਵੀ, ਉਹ ਮੈਕਸੀਮਮ ਆਪਣੇ ਦਾਦਾ ਜੀ, ਫਿਰ ਫਾਦਰ, ਫਿਰ ਖੁਦ ਦਾ, ਫਿਰ ਇੱਦਾਂ ਕਰਕੇ ਸਰਨੇਮ ਹੈ। ਡੈਫੀਨੇਟਲੀ ਇੱਥੇ ਦੂਜੀ ਗੱਲ ਇਹ ਵੀ ਆਉਂਦੀ ਹੈ ਕਿ ਇਸ ਪੱਖ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ। ਇਹ ਨਹੀਂਗਾ ਕਿ ਹਮੇਸ਼ਾ ਪੈਟਰਨਲ ਆਉਂਦਾ, ਮੈਟਰਨਲ ਵੀ ਆ ਸਕਦਾ ਹੈ। ਮੈਟਰਨਲ ਔਰ ਪੈਟਰਨਲ ਦੇਖੋ, P ਫॉर ਪੈਟਰਨਲ ਐਂਡ M ਫॉर ਮੈਟਰਨਲ। ਦੇਖੋ
मतलब इत्थे किहड़े किहड़े आउंदे ने, जिवें मैं तुहानूं बोल के दस दिंदा, साडे हो गए ग्रैंडफादर मतलब दादा जी, ठीक है, मैं इहनूं शॉर्ट लिखांगा ग्रैंडफादर, ठीक है। इत्थे आ सकदा है ग्रैंड मदर साडी दादी जी, फिर उस तो बाद साडे आ सकदे ने अंकल हो गया, या देखो हुण ताया हैगा तो अंग्रेजी च ताया नहीं हुंदा ओह है, ये बल्कि अंकल ही कहा जाता आ। दूसरी गल है आप आंट कह सकते हैं, चाची या ताई भी कह सकते हैं, आंट आप भूआ नूं भी कह सकते हैं, ठीक है ना। इत्थे इदां नहीं गा कि फुੱਫੜ ते फुੱਫੜੀ दोनों, फुੱਫੜ ते फुੱਫੜੀ दोनों भी आ सकते हैं, ये भी याद रखना, ठीक है। हाँ जी, फुੱਫੜ जी ते फुੱਫੜੀ जी, राइट है। लाइक आप इन्हां नूं कह सकते हैं कि अंकल अते साडी आंट दोनों हो गए ने। दरअसल आप इत्थे कंसैप्ट होर भी याद रखना है कि दूसरे तरीके मैटरनल दे विच साडे हो गया ग्रैंड फादर मतलब साडे दादा जी, नाना जी, नानी जी, ठीक है। ग्रैंड फादर ग्रैंड मदर साडे मामा हो गए, ठीक है, जिवें मामा हो गए, साडियां मामियां हो गईयां, ठीक है। उस तो अलावा जिवें असीं गल करदे हैं कि साडियां मासीस हो गईयां, मतलब कि साडी मदर दी सिस्टर, ब्रदर और मदर फादर, साडी माँ दे फुੱਫੜ जी भूआ जी, ये ऑल आर फैमिली मैंबर ने अपने जो साडी जिंदगी तो वड्डा रोल है इन्हां दा, ये साडे रिश्तियां चों वड्डे ने, तो इन्हां नूं आपां वड्डे जगह रखना है। हुण आउंदी गल कि आपां बराबर किन्हां नूं रखांगे। देखो जिस तरफ मैं ड्रॉ कर रहा ना, बस इत्थे तुसीं अखां गड्ढ के समझ लो बराबर रिश्ते किन्हां दे आउणगे। जिवें आपां कह दईए कि साडा ब्रदर है, ठीक है, ब्रदर दी मिसिज है, जिन्हों आपां जनरली भाभी जी कह दिंदे आ, राइट है, ठीक है। सैकेंडली गल है लाइक जिद्दां आपां कह सकते हैं कि साडे कजन ब्रदर हो गया, कजन सिस्टर हो गया, राइट है। इस तो अलावा जिवें रियल सिस्टर है, या आपां कह सकते हैं कि ब्रदर दे साला जी है, मतलब ब्रदर इन लॉ है। इदां दे जिहड़े रिश्ते ने जो साडे हम उम्र होंदे ने, लाइक है, उन्हां नूं आपां अपने बराबर रखांगे, अपने इक्वल अहमियत देवांगे। इस तो बाद आउंदा है कि अपने तो नीचे, मतलब कि अपने तो हेठां रिश्ते आउंदे ने, जिद्दां हो गया कि आपां कह सकते हैं कि खुद दा बेटा या बेटी हो गया, ठीक है, जिवें डॉटर हो सकता है, नीस हो सकता है, भतीजी भतीजा हो गया, ठीक है, नेफ्यू हो गया, या आपां कह सकते हैं कि साडे ब्रदर दे बेटा बेटी हो गया। इदां दे जिहड़े रिलेशनस होणगे उन्हां नूं इह दुनिया दा ब्लड रिलेशन करन दा सब तो बेस्ट तरीका है दोस्तों। अगर ये प्रक्रिया समझ ली तो पूरी कहानी ब्लड रिलेशन दी खत्म। इसे कंसैप्ट कोई इस तो इलावा मैथड अपलाई करने की जरूरत नहीं है। हुण इत्थे दो चीज़ां एक होर समझ लैणियां चाहिदियां, नाल नाल याद रखना है कि जो मेल मैंबर होएगा उहदे लई आपां प्लस यूज करांगे अते फीमेल लई आपां की करांगे माइनस यूज करांगे। मेल लई आपां प्लस यूज करांगे, फीमेल लई आपां माइनस यूज करांगे। तो बहरहाल वधदे हां अपने अज दी सीरीज के पहले क्वेश्चन वाल, और जबरदस्त तरीके नाल पहला क्वेश्चन आपां नूं स्क्रीन ते दे रखे। चलिए, ये कहना कि दीपक इज ब्रदर ऑफ रवि एंड रवीना इज सिस्टर ऑफ अतुल एंड रवि इज सन ऑफ रीना एंड हाउ दीपक इज रिलेटेड टू रीना। देखो सब तो पहला आपां की इत्थे आपां की लिखिया, रवि लिखिया, तो देखो दीपक और रवि ब्रदर है, इस करके बराबर का रिलेशन रखांगे आपां दोनों नूं, और ए प्लस है, रवि दा आपां नूं नहीं पता लग रहा। रीना इज अ सिस्टर ऑफ अतुल है, इसनूं सानूं रीना अते अतुल दा रिलेशन दीपक अते रवि नाल आपां डायरैक्ट नहीं जोड़ सकते, इस करके इस लाइन नूं आपां छड्डांगे। नैक्सट लाइन है रवि इज सन ऑफ रीना, मतलब है कि रवि है वो सन है ना, तो मतलब हो गया प्लस है। रीना कौन हुई, रीना इत्थे माँ हुई, राइट है। सन ऑफ रीना मतलब रीना बारे आपां क्लीयर नहीं कह सकते कि मेल है कि फीमेल है, बट अक्सर बार सानू मेल अते फीमेल के नाम पढ़न तो ही पता लग रहा है कि रीना का रिलेशन इत्थे माँ का बनेगा, सो दैट कि आपां इहनूं माइनस कर देने, क्योंकि इत्थे सेंटेंस क्लीयर कह रखे है कि रीना सिस्टर है अतुल दी। हुण अतुल ते रीना बल्कि भैन भरा ने, तो गाइस इस करके आप इन्हां दा बराबर रिश्ता रखांगे। इत्थे आपां की रखदे ने, इत्थे अतुल रखदे ने, ते अतुल दा जनरली पढ़न दे विच प्लस लग रहा, मतलब कि मेल लग रहा वा। हुण आपां कह सकदे ये पूरा डायग्राम बन गया। हुण तुसीं अपने आप नूं की करना, किसी एक जगह ते बिठा दो, तुसीं इत्थे बिठा दो दीपक दी जगह ते, दीपक दी जगह ते बिठाता। हुण दीपक दा भरा रवि है, रवि तुहानूं भैन भरा हो, बल्कि माफ करना जरा ब्रदर हो तुसीं। अगर रवि दी मां रीना है तो डेफिनेटली थोड़ी मां भी कौन होएगी, रीना होएगी। थोड़ी मां भी कौन होएगी, रीना होएगी। बस गल खत्म। यह रिश्ते ने तुसी अपने आप नूं किसी एक जगह ते बिठाओ, उस तो बाद बनाओ। मतलब की होया कि रवि थोड़ी अगर रवि नाल थोड़ा अगर ब्रदर दा रिलेशन है तो रवि दी मां रीना है, तो डेफिनेटली थोड़ी मां भी कौन होएगी, रीना होएगी। हुण तुहानूं पुछया जे भी अतुल कौन है, तो अतुल तुहाडा मामा होएगा, तुहाडी मां दा ब्रदर तुहाडा मामा होएगा। तो तुसी कह सकते हो ऑप्शन नंबर पहला मतलब कि सन बिल्कुल करैक्ट आंसर है, इहदा ऑप्शन नंबर 1 होएगा सन। क्लीयर है।
सारे स्टूडेंट्स ਨੂੰ समझ आया तो पर्टिकुलर दिस सैशन ਨੂੰ लाइक और शेयर कर दो ताकि सारे स्टूडेंट्स तक इन्फॉर्मेशन जानी चाहिए है। चलिए दूजा क्वेश्चन करते हैं। ये कहना कि E इज सन ऑफ ए। देखो फटाफट आप की करांगे ना, इत्थे E बनाया, ये कहना भी E इज सन ऑफ ए। E है ना वो A का बेटा आ, मतलब E है वो सन है, तो आप इदा करके लिख सकते हैं। ठीक है, D इज द सन ऑफ B, मतलब D इज सन ऑफ B, तो D और A का कोई रिलेशन नहीं, आप इस करके इसनों इत्थे ही छड्डांगे। ये कह रहा है कि E इज मैरिड टू C, मतलब E है और रिलेशन की मैरिड है C नाल। अगर E मेल है तो डेफिनेटली C कौन होएगा, फीमेल होएगी। इदा थोड़ी है भी दो मेल मेल ब्याह करा लेंगे, बल्कि चल रहा है 2019-20 ट्रेंडिंग है, पर इदा इत्थे नहीं गा। ठीक है, हाँ जी। नैक्सट है कि C इज बीज डॉटर, मतलब है कि C है ना वो B की डॉटर है। ठीक है, तो अगर आप इसनों ये कर सकते हैं तो C और B की डॉटर है, तो मतलब हो गया कि B की डॉटर है तो B की बेटी है, तो B का रिलेशन उपर आएगा। हुण B का रिलेशन उपर आएगा तो B नूं आपां इत्थे रखांगे। C तो डॉटर है बट इहदा नहीं पता लग रहा कि मेल है कि फीमेल है, आपां इहनूं एक बारी इदां ही छड्ड दांगे। हुण इत्थे दस्सिया जा रहा सी ए वाला कि D इज सन ऑफ B, मतलब है D है वो सन ऑफ B है, D है ना जो सन ऑफ B है, मतलब कि अगर आप इत्थे D बनावांगे ये हो गया B का पुत्र। अगर D B का पुत्र है और C पुत्री है तो डेफिनेटली तुहानूं पता है कि ये दोनों कौन हो गए, ब्रदर सिस्टर हो गए कि नहीं हो गए। यू नो वेरी वेल ये दोनों ब्रदर सिस्टर हो गए कि नहीं हो गए। हुण देखो आप इत्थे बना सकते हैं एक कंसैप्ट, इत्थे कंसैप्ट बन गया साडा कोले ए वाला। ठीक है मेरे प्यारे दोस्तों, ये कंसैप्ट बन गया। हुण आपां ए अते बी नूं ये नहीं कह सकते कि हसबैंड वाइफ है। अगर ये हसबैंड वाइफ होंदे तो ई अते सी दा फिर दोनों भैन भरा किवें विआह करा सकदे सी, इदां नहीं ना हो सकदा। यस यस बिल्कुल बिल्कुल सहमत है मेरे नाल। मतलब कि ये हो गया ਇਹਦਾ C ਨਾਲ ਵਿਆਹ ਹੋਇਆ मैरिड है, तो मतलब ये हो गया कि अगर ए H फॉर हसबैंड है तो दिस इज द वाइफ ऑफ E। ठीक है, अगर यह किसी सिस्टर है तो ये वाला ਇਹਦਾ की हो गया, ब्रदर हो गया। हुण देखो रीड करो अपने, ये कहना भी D का रिलेशन E नाल की है। भैया D का रिलेशन E नाल की है, तुसीं इत्थों चुपचाप देखो। अगर तुसीं अपने आप नूं D समझो, ठीक है, या तुसीं अपने आप नूं E समझो। अगर तुसीं अपने आप नूं E समझ रहे हो तो तुहाडी वाइफ C है अते C दा ब्रदर D है, मतलब तुहाडी वाइफ दा ब्रदर तुहाडा की लगेगा। जनरली गल है, अगर कोई तुहाडे चों जिन्ने भी एक देखो दोस्तों, मैं तुहानूं इत्थे बेसिकली इस किसी भी गल दा मतलब गलत नहीं कढना। जनरली आपां इसनूं समझण दी कोशिश कर रहे हो, मेरा तरीका है तुहानूं समझावां मैं, राइट है। चलिए हुण देखो तुसीं ये समझ सकदे हो भी तुहाडी वाइफ अगर C है तो C दा ब्रदर तुहाडा की लगेगा, डेफिनेटली साला लगेगा। साला लगेगा तो आप साले नूं की कहांगे, ब्रदर इन लॉ। तो ऑप्शन नंबर किहड़ा होएगा, डी होएगा, राइट आंसर है, बिल्कुल करेक्ट। समझ आ गया, कोई परेशानी नहीं है, बिल्कुल बिल्कुल। जो समझ आ गया तो बस कमेंट्स लिख दो, आहो सर समझ आ गया। मैं बिल्कुल स्लो करावांगा जिस करके कि सारे स्टूडेंट्स नूं प्रक्रिया समझ आ जाए, अदरवाइज मैं थोड़ी जी स्पीड भी बता सकते हैं। हुण मैं तुहानूं दस्सिया सीगा कि एक तुहानूं पूरा फैमिली स्ट्रक्चर आएगा, वो फैमिली स्ट्रक्चर भी आ चुके हैं। चलिए ये कहना भी A इज फादर ऑफ C बट C इज नॉट हिज सन, मतलब A इज फादर ऑफ C है, मतलब A है वो फादर है C दा। तो कहना कि C इज नॉट हिज सन बट, लेकिन C सन नहीं है उदा। ठीक है, चलिए ये श्योर नहीं है। ठीक है, कंडीशन सानू दिते दे रखी है, हुण इहदी बेस ते आपां अपना आंसर करना है। यस गाइस, तो स्टार्ट करते हैं आपां। A इज फादर ऑफ C है, तो आप इंज करते हैं, इत्थे आप A नूं बल्कि C नूं रखते हैं, अते ये कहता भी A फादर है। चलिए A फादर है, क्लीयर है, बट ये कहता भी C इज नॉट हिज सन, मतलब C अगर पुत्र नहीं है तो डेफिनेटली पुत्री तो हो सकती है ना। चलिए ਇਹਦਾ मतलब है कि ये कौन है, डॉटर है A दी। दूजा है कि E इज डॉटर ऑफ C, मतलब है कि E इज डॉटर ऑफ C, मतलब E है और C दी कौन है, डॉटर है। चलिए आप इत्थे रख देने इहनूं इदां करके, मतलब E है वो बेटी है C दी, तो C माँ हुई तो C नूं उच्चा दर्जा, बेटी नूं नीचा दर्जा। क्लीयर है। चलिए इस तो नेक्स्ट है कि जनरली आप सेंटेंस रीड करांगे। F इज द स्पोज ऑफ A। क्या क्वेश्चन है, बहुत अच्छा क्वेश्चन है। ओके दिस इज स्पाउज, ठीक है। F इज द स्पाउज ऑफ A, मतलब कि जीवन साथी हो गया। ठीक है, हुण जीवन साथी हो गया, F इज स्पाउज ऑफ B, तो आप इंज करांगे कि F दा रिलेशन इहदे नाल बना दिंने आ, राइट है। ये मतलब हो गया अगर A मेल है तो B कौन हो गया, बल्कि F कौन हो गया, फीमेल हो गया। गाइस इस तो बाद है कि B इज ब्रदर ऑफ C,
मतलब है कि B इज ब्रदर ऑफ C, मतलब B कौन है, ब्रदर है, ये लो B ब्रदर है किदा, C दा है। नैक्सट है कि D इज सन ऑफ B, मतलब D है वो सन है किदा, B दा, तो आप इंज करके D नूं बना देने, इत्थे मतलब D सन है B दा। चलिए ਇਹਦਾ मतलब है अगर देखो C दी बेटी E है ਤਾਂ डेफिनेटली C ਦਾ ਕਿਤੇ ਨਾ ਕਿਤੇ ਤਾਂ ਵਿਆਹ ਹੋਇਆ ਹੋਏਗਾ ਨਾ। ਚਲਿਏ ਇਹ ਵਾਲਾ ਇੱਥੇ ਕੌਣ ਹੋ ਜਾਏਗਾ, ਦਾ ਹਸਬੈਂਡ ਹੋ ਜਾਏਗਾ। ਇਹ ਚੀਜ਼ਾਂ ਸਾਨੂੰ ਮਾਈਂਡ 'ਚ ਰੱਖਣੀਆਂ ਪੈਣਗੀਆਂ, ਠੀਕ ਹੈ, ਫੈਮਿਲੀ ਬਣਾਉਣੀ ਪਏਗੀ। ਅਗਰ B ਦਾ ਬੇਟਾ D ਹੈ ਤਾਂ D ਦਾ ਵੀ ਇੱਥੇ ਕਿਤੇ ਨਾ ਕਿਤੇ ਰਿਲੇਸ਼ਨ ਹੈਗਾ ਆ, ਠੀਕ ਹੈ। ਚਲਿਏ ਨੈਕਸਟ ਹੈ ਕਿ G ਇਜ਼ ਸਪਾਊਸ ਆਫ B, मतलब G ਹੋ ਗਿਆ, G ਇੱਥੇ ਹੋਗੀ, ਸਪਾਊਸ ਹੈ B ਦੀ। एंड H इज फादर ऑफ G, H इज फादर ऑफ G, मतलब H कौन है, G दा फादर है, तो आप H नूं इत्थे कर दिंदे आ, ये फादर है, ये वाइफ होगी, और ये D है, D बेटा है G दा भी। क्लीयर है। चलिए हुण आपां की करना, ये कहंदा कि हू इज ग्रैंड मदर ऑफ D, ग्रैंड मदर दे विच दो आ जांदे ने, या तो आपां कह सकते हैं, चलिए इत्थे पहले आपां कवर कर लैंदे आ ग्रैंड मदर ऑफ D, D इत्थे है, D है इत्थे। जनरली क्वेश्चन है गाइस, इसनूं अपने आप नूं तुसीं D समझो, D समझो। हुण तुहाडा फादर है B और तुहाडी मम्मी है G, और G दा फादर है H, तो तुहाडा की लग्या, नाना लग्या, और अते H B दा की लग्या, डेफिनेटली सौरा साहब लगे। अगर B C दा ब्रदर है तो डेफिनेटली C दा फादर कौन है, A है, तो C दी मदर कौन हुई, F हुई, तो B दी मदर कौन हुई, F हुई। दसो मैनू सारी प्रक्रिया समझ आ रही है। तो ग्रैंड मदर दसना सीगा गाइज, तो तुहाडे सामने इस पर्टिकुलर क्वेश्चन का आंसर आ चुके हैं। तुसी कह सकते हो कि D अगर तुसी अपने आप को बिठाया, तुहाडा फादर कौन है, तुहाडा फादर B है, तो B दी मदर कौन है, F है, तो F तुहाडी की लगी, ग्रैंड मदर मतलब दादी जी लगी। तो ऑप्शन नंबर C तुसी कह सकते हो, दैट विल बी राइट आंसर। देखो ये मैं थोनों क्यों समझा रहा, बेसिकली मैनू तो ट्रिक्स भी पता है, मैं इदा उदा करके थोड़ा आंसर दे सकता, हाँ जी गैज ये आंसर हो गया, बट इस नाल यह टीचिंग मैथड कंप्लीट नहीं होया, क्योंकि स्टूडेंट्स इत्थों कुछ भी पूछा जा सकता है। ਤੁਹਾਨੂੰ ਇਹ ਪੁੱਛਿਆ ਜਾ ਸਕਦਾ ਸੀ ਕਿ ਦੱਸੋ G ਦਾ C ਨਾਲ ਕੀ ਰਿਲੇਸ਼ਨ ਹੈ, ਤੁਸੀਂ ਆਪਣੇ ਆਪ ਨੂੰ ਅਗਰ D ਸਮਝਿਆ ਔਰ ਤੁਹਾਡੀ ਮਦਰ ਕੌਣ ਹੈ, C ਹੈ, ਤੁਹਾਡਾ ਫਾਦਰ B ਹੈ, ਤੁਹਾਡੇ ਫਾਦਰ ਦੀ ਸਿਸਟਰ ਕੌਣ ਹੈ, C ਹੈ, ਤਾਂ ਡੈਫੀਨਿਟਲੀ ਤੁਹਾਡੀ ਕੀ ਲੱਗੇਗੀ, ਭੂਆ ਜੀ, ਰਾਈਟ ਹੈ। ਤਾਂ ਤੁਸੀਂ G ਦਾ ਅਤੇ C ਦਾ ਰਿਲੇਸ਼ਨ ਦੱਸ ਸਕਦੇ ਹੋ। ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਸੀਗਾ ਕਿ A ਦਾ ਤੁਹਾਡੇ ਨਾਲ ਕੀ ਰਿਲੇਸ਼ਨ ਹੈ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ A ਤੁਹਾਡਾ ਡਾਇਰੈਕਟਲੀ ਇੱਥੋਂ ਕੀ ਹੋਏਗਾ, ਤੁਹਾਡਾ ਅਗਰ A B ਦਾ ਫਾਦਰ ਹੈ ਤੇ B ਤੁਹਾਡਾ ਫਾਦਰ ਹੈ, और तुसी कह सकते हो भी तुहाडा ए नाल की रिलेशन होएगा, मतलब ए नाल तुहाडा की होएगा, तुहाडा होएगा ग्रैंड फादर, तुसी इहनूं की कहोगे, ग्रैंड फादर कहोगे। मेरी गल समझ रहे हो, ठीक है। और इत्थे तुहाडे कोले जो एफ दा रिलेशन है, एफ दा है ग्रैंड मदर। क्लीयर है, कोई दिक्कत नहीं है। जे तुहानूं पुछा जाए एच दा रिलेशन दसो, तो तुसी इत्थे कहोगे भी तुहाडे कौन है, नाना जी है, कोई दिक्कत नहीं है। चलिए दोस्तों यह प्रक्रिया समझनी बहुत जरूरी है। इदा ही तुहानूं पूछा गया कि हू इज सन ऑफ एफ, मतलब इन्हां चों एफ दा पुत्र कौन है, तो डेफिनेटली सीधा ही गल पता है कि बी इज दा पुत्र है, तो ऑप्शन नंबर किहड़ा आ जाएगा, ए आ जाएगा, बस गल खत्म है। देखो चीज़ सानूं समझ आ गई, असीं आंसर अखां बंद करके दे सकते हैं। चलिए नेक्स्ट क्वेश्चन है, फैमिली स्ट्रक्चर ते चलांगे। ये कहना कि P इज सन ऑफ Q, थोड़ी जी स्पीड बढ़ावांगे आपां। चलिए P इज सन ऑफ Q है, इत्थे आपां इंज करके ऐ लिख दांगे, P इज सन ऑफ Q है, वाइल Q एंड आर द सिस्टर ऑफ वन अनदर, मतलब एक दूजे दियां सिस्टर्स ने, राइट है, सिस्टर्स ने, तो आपां इंज करके ड्रॉ कर सकते हैं। अगर ये भी इदा है तो इनू भी आपां इंज करके माइनस लिख सकते हैं, कोई दिक्कत नहीं है। चलिए ये कहना कि T इज द मदर ऑफ R, अगर T मदर है की दी, R दी, तो डेफिनेटली थोनों ये भी पता होना चाहिए कि T मदर की दी होएगी, Q दी होएगी, क्योंकि Q दी R सिस्टर है और R Q दी सिस्टर है, तो R दी मदर Q दी मदर, R दी मदर Q दी मदर, Q दी मदर R दी मदर एक ही होएगी ना। चलिए अगर ये कहना कि S इज सन ऑफ T, अगर ये कहना भी अगर S T दा पुत्र है, चलिए आप एक काम करते हैं, आप विचाले इदा करके एक पुत्र बना लेने, आप ये बनाता जी पुत्र, ठीक है। विच ऑफ द फॉलोइंग स्टेटमेंट इज करेक्ट, ये कहना कि T इज ब्रदर ऑफ Q, मतलब है कि T ऑफ Q दा ब्रदर होएगा, ये तो स्टेटमेंट बिल्कुल भी नहीं हो सकता। S इज कजन ऑफ P, भी यही हो गया ना, S इज कजन ऑफ P, की मतलब S P दा कजन है, इदा हो सकता है, तो आप इस ते भी सहमति नहीं जता सकते, ये भी नहीं होएगा। ये कहना भी Q एंड S आर सिस्टर, मतलब है Q अते S सिस्टर होणगे, कदे भी नहीं होणगे, किद्दां हो जाणगे, नहीं है ना। S इज मैटरनल अंकल ऑफ P, वाओ क्या बात है। तो पहली गल तो देखो अपने को चौथा बच गया, तो आंसर तो अपना यही होना है, बट फिर भी आप मैटरनल का मतलब है मामा, ठीक है, मतलब आप इंज कह सकते हैं ना कि अपने को किहड़ा हो जाएगा कि मामा हो जाएगा,
ठीक है प्यारे दोस्तों, इस प्रक्रिया ਨੂੰ ਸਮਝਣਾ ਕਿੱਦਾਂ ਆ। देखो ਤੁਸੀਂ ਆਪਣੇ ਆਪ ਨੂੰ P ਸਮਝੋ, ਪੱਪੂ ਸਮਝ ਲਓ। ਤੁਹਾਡੀ ਮੰਮਾ ਅਗਰ Q ਹੈ ਔਰ ਤੁਹਾਡੀ ਮੰਮਾ ਦਾ ਬ੍ਰਦਰ ਤੁਹਾਡਾ ਕੀ ਹੋਏਗਾ, ਡੈਫੀਨਿਟਲੀ ਮਾਮਾ ਹੋਏਗਾ। ਤੁਸੀਂ ਇਸ ਨੂੰ ਸਿੱਧਾ ਇੱਕ ਮੈਥਡ ਨਾਲ ਸਮਝ ਸਕਦੇ ਹੋ। ਚਲਿਏ ਦੋਸਤੋ, ਨੈਕਸਟ ਕੁਐਸਚਨ ਹੈ 6ਵਾਂ। A ਇਜ਼ ਦਾ ਬ੍ਰਦਰ ਆਫ B ਹੈ, ਤਾਂ ਆਪਾਂ ਲਵਾਂਗੇ A ਦੇ ਬਰਾਬਰ ਹੈ B ਹੈ। A ਇਜ਼ ਬ੍ਰਦਰ ਆਫ B ਹੈ। ਚਲਿਏ B ਇਜ਼ ਬ੍ਰਦਰ ਆਫ C ਹੈ, ਮਤਲਬ ਹੈ B ਕਿਹਦਾ ਬ੍ਰਦਰ ਹੈ, C ਦਾ। ਤਾਂ ਹੁਣ ਤੁਸੀਂ ਦੇਖੋ ਵੀ A ਅਤੇ C ਵੀ ਬ੍ਰਦਰ ਹੈ। अगर A ਦਾ ਬ੍ਰਦਰ B ਹੈ ਔਰ B ਦਾ ਬ੍ਰਦਰ C ਹੈ ਤਾਂ A ਬ੍ਰਦਰ ਵੀ C ਦਾ ਹੋਏਗਾ, ਬਟ C ਦਾ ਨਹੀਂ ਪਤਾ ਕਿ ਮੇਲ ਹੈ ਕਿ ਫੀਮੇਲ ਹੈ। ਇਹ ਕਹਿੰਦਾ ਕਿ D ਇਜ਼ ਫਾਦਰ ਆਫ A, ਤੇ ਚਲਿਏ ਇੱਥੇ ਹੋ ਗਿਆ D। ਇਹ ਕਹਿੰਦਾ ਵੀ A ਦਾ ਫਾਦਰ ਕੌਣ ਹੈ, D ਹੈ, ਤੇ ਡੈਫੀਨਿਟਲੀ A ਦਾ ਵੀ ਫਾਦਰ D ਹੋਇਆ ਅਤੇ A ਦਾ ਵੀ ਫਾਦਰ ਕੌਣ ਹੋਇਆ, D ਹੋਇਆ। ਸਮਝ ਆ ਗਈ ਪ੍ਰਕਿਰਿਆ। ਇਹ ਕਹਿੰਦਾ ਕਿ ਬੇਸਡ ਔਨ ਥੀਸ 3 ਸਟੇਟਮੈਂਟਸ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਕੈਨੋਟ ਬੀ ਡੈਫੀਨਿਟਲੀ ਟਰੂ। ਇਹ ਕਹਿੰਦਾ ਵੀ ਇਹਨਾਂ ਦੇ ਮੁਤਾਬਿਕ ਇਹਨਾਂ ਚ ਦੱਸੋ ਵੀ ਕਿਹੜਾ ਸਟੇਟਮੈਂਟ ਬਿਲਕੁਲ ਵੀ ਸਹੀ ਨਹੀਂ ਹੈ। ਇਹ ਕਹਿੰਦਾ ਕਿ B ਇਜ਼ ਬ੍ਰਦਰ ਆਫ A, B ਇਜ਼ ਬ੍ਰਦਰ ਆਫ A, ਇਹ ਤਾਂ ਬਿਲਕੁਲ ਸਹੀ ਹੈ। ਇਹ ਕਹਿੰਦਾ ਕਿ B ਇਜ਼ ਸਨ ਆਫ D, ਮਤਲਬ B ਇਜ਼ ਸਨ ਆਫ D, ਬਿਲਕੁਲ ਸਹੀ ਹੈ ਬਈ, B D ਦਾ ਪੁੱਤਰ ਹੈਗਾ ਆ। ਇਹ ਕਹਿੰਦਾ ਕਿ C ਇਜ਼ ਬ੍ਰਦਰ ਆਫ ਬਲਕਿ A ਇਜ਼ ਬ੍ਰਦਰ ਆਫ C, ਵੀ A ਹੈ ਉਹ C ਦਾ ਭਰਾ ਆ, ਬਿਲਕੁਲ ਸਹੀ ਹੈ। ਤਾਂ ਫਿਰ ਅੰਤ ਜਾ ਕੇ ਆਪਣੇ ਕੋਲ ਇਹੀ ਬਚ ਗਿਆ। ਆਪਾਂ ਇਸੇ ਨੂੰ ਕਹਿ ਦਿੰਦੇ ਭਾਈ ਇਹੀ ਤੁਹਾਡਾ ਆਨਸਰ ਹੋਏਗਾ ਔਰ ਬਾਕੀ ਸਹੀ ਵੀ ਨਹੀਂ ਹੋਏਗਾ। ਇਹ ਕਹਿੰਦਾ ਕਿ C ਇਜ਼ ਬ੍ਰਦਰ ਆਫ A, ਮਤਲਬ C ਇਜ਼ ਬ੍ਰਦਰ ਆਫ A, ਵੀ C ਭਰਾ ਆ ਭੈਣ ਹੈ। ਇਹਦੇ ਬਾਰੇ ਤਾਂ ਦੇਖੋ ਆਪਾਂ ਇੱਥੇ ਕੋਈ ਸਿੰਬਲ ਤਾਂ ਲਾਇਆ ਨਹੀਂ ਨਾ ਵੀ ਦੇਖੋ ਮੇਲ ਫੀਮੇਲ, ਕਿਉਂਕਿ ਇੱਥੇ ਤਾਂ ਦੱਸਿਆ ਹੀ ਨਹੀਂ ਸਾਨੂੰ ਇਸ ਲਾਈਨ ਦੇ ਵਿੱਚ। ਇਹ ਕਹਿੰਦਾ ਕਿ B ਇਜ਼ ਬ੍ਰਦਰ, ਵੀ B C ਦਾ ਬ੍ਰਦਰ ਹੈ, ਬਟ C ਬਾਰੇ ਸਾਨੂੰ ਨਹੀਂ ਪਤਾ ਕਿ ਮੇਲ ਹੈ ਕਿ ਫੀਮੇਲ ਹੈ, ਇਸ ਕਰਕੇ ਆਪਾਂ ਇਸ ਨੂੰ ਨਹੀਂ ਕਹਿ ਸਕਦੇ। ਸਾਡਾ ऑप्शन नंबर डी हो जाएगा जो कि करेक्ट अकॉर्डिंग टू दिस क्वेश्चन करेक्ट चूज किया है, बट जनरली ये रॉन्ग है। चलिए नैक्सट देखते हैं आप एक फैमिली स्ट्रक्चर फिर सानू देता आ। इदां दे क्वेश्चन मैं थोड़ा बार बार करावांगा और मैं जड़ तक जावांगा पटवारी एग्जाम दे कि साडे जिन्ने भी स्टूडेंट्स हैं वो एग्जाम च बैठन तो एक पल भी ये ना सोचन कि असीं गिल्ज मिनटोर तो प्रिपरेशन की सी और ये क्वेश्चन सानू नहीं आए हुए, नहीं करवाए हुए। ठीक है चलिए ਇਹ ਕਹਿੰਦਾ ਕਿ एग्जामिन द फॉलोइंग रिलेशनशिप अमंग मेंबर्स ऑफ फैमिली ऑफ द 6 persons A B C D E and F, the number of males equal that of female। ਇਹ ਕਹਿੰਦਾ ਵੀ ਜਿਹੜੇ ਮੇਲ ਹੈ ਨਾ ਉਹ ਬਰਾਬਰ ਹੈ ਕਿਹਦੇ, ਫੀਮੇਲ ਦੇ ਹੈ। ਇਹਦਾ ਮਤਲਬ ਹੈ ਕਿ ਅਗਰ 6 ਬੰਦੇ ਆ ਤਾਂ 3 ਮੇਲ ਨੇ, ਡੈਫੀਨਿਟਲੀ ਇਹੀ ਹੋ ਗਿਆ, ਤੇ 3 ਕੌਣ ਨੇ, ਫੀਮੇਲ ਨੇ। ਠੀਕ ਹੈ, ਹੁਣ ਫੀਮੇਲ ਦਾ ਮਤਲਬ ਵਾਈਫ ਵੀ ਹੋ ਸਕਦੀ ਹੈ, ਬੇਟੀ ਵੀ ਹੋ ਸਕਦੀ ਹੈ, ਸਿਸਟਰ ਵੀ ਹੋ ਸਕਦੀ ਹੈ ਤੇ ਡਾਟਰ ਵੀ ਹੋ ਸਕਦੀ ਹੈ। ਚਲਿਏ A and E are the son of F, ਮਤਲਬ ਆਪਾਂ ਇੱਥੇ ਬਣਾ ਲੈਂਦੇ ਹਾਂ ਕਿ F ਇੱਦਾਂ ਹੈ ਔਰ F ਦੇ 2 ਪੁੱਤਰ ਨੇ, ਬਲਕਿ 2 ਪੁੱਤਰ ਨੇ, ਇੱਕ ਦਾ ਨਾਮ A ਹੈ ਅਤੇ ਇੱਕ ਦਾ ਨਾਮ E ਹੈ। ਇਹ ਸਨ ਹੋ ਗਏ ਨਾ, ਹਾਂਜੀ A ਵਾਲਾ ਪਲੱਸ ਹੋ ਗਿਆ ਤੇ A ਵਾਲਾ ਪਲੱਸ ਹੋ ਗਿਆ। ਹੁਣ F ਹੈ ਮੇਲ ਹੈ ਫੀਮੇਲ ਹੈ ਨਹੀਂ ਪਤਾ। ਚਲਿਏ ਅੱਗੇ ਦੇਖਦੇ ਹਾਂ। D ਇਜ਼ ਦਾ ਮਦਰ ਆਫ 2 and 1 boy and 1 girl, ਮਤਲਬ D ਹੈ ਉਹ ਮਾਂ ਆ ਇੱਕ ਲੜਕਾ ਇੱਕ ਲੜਕੀ ਦੀ। ਹੁਣ ਸਾਨੂੰ ਨਹੀਂ ਪਤਾ ਲੱਗ ਰਿਹਾ, ਇਹਨੂੰ ਇੱਕ ਵਾਰੀ ਇਦਾਂ ਹੀ ਛੱਡ ਦਿਓ। ਇਹ ਕਹਿੰਦਾ ਕਿ B ਇਜ਼ ਸਨ ਆਫ A, ਮਤਲਬ B ਹੈ ਉਹ A ਦਾ ਸਨ ਹੈ, B A ਦਾ ਸਨ ਹੈ ਤਾਂ ਆਪਾਂ ਇੰਜ ਕਰਕੇ B ਨੂੰ ਬਣਾ ਦਿੰਨੇ। ਮਤਲਬ ਇਹ ਕਹਿੰਦਾ ਕਿ B ਇਜ਼ ਸਨ ਆਫ A, ਆ ਲੋ ਜੀ ਆਪਾਂ ਇਸ ਨੂੰ ਮੇਲ ਬਣਾਤਾ। ਰਾਈਟ ਹੈ। ਹੁਣ ਇੱਥੇ ਇਹਨਾਂ ਨੇ ਪੁੱਛਿਆ ਕਿ देयर इज ए वन मैरिड कपल इन द फैमिली एट प्रेजेंट, ਇੱਕ ਮਤਲਬ ਇਹਨਾਂ ਨੇ ਦੱਸਿਆ ਕਿ ਮੈਰਿਡ ਕਪਲ ਹੈ। ਹੁਣ ਦੋਸਤੋ ਆਪਾਂ ਇਸ ਨੂੰ ਅੱਛੇ ਤਰੀਕੇ ਨਾਲ ਵਾਪਸ ਤੋਂ ਸਮਝ ਲੈਂਦੇ ਆ। ਪ੍ਰਕਿਰਿਆ ਸਾਡੇ ਸਾਹਮਣੇ ਆ ਚੁੱਕੀ ਹੈ, ਸਾਨੂੰ ਸਾਰਾ ਪਤਾ ਲੱਗ ਗਿਆ। ਤਾਂ ਇਸ ਪੂਰੀ ਪ੍ਰਕਿਰਿਆ ਦੇ ਅੰਦਰ 2 ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ, ਬੜੀਆਂ ਵਿਚਿੱਤਰ ਭੂਮਿਕਾ ਦੇਣਗੀਆਂ। ਸਾਨੂੰ ਦੱਸਿਆ ਗਿਆ ਸੀਗਾ ਕਿ ਮੇਲ ਅਤੇ ਫੀਮੇਲ ਬਰਾਬਰ ਹੈ। ਅਗਰ ਸਾਡੇ ਕੋਲ 3 ਮੇਲ ਹੋ ਚੁੱਕੇ ਨੇ ਤਾਂ ਬਾਕੀ ਤਾਂ ਫੀਮੇਲ ਹੀ ਬਚ ਗਈਆਂ। ਕਾਮਨ ਸੈਂਸ ਇੱਥੇ ਵੀ ਹੁੰਦੀ ਹੈ। ਇਨਫੈਕਟ ਇਹ ਕਹਿੰਦਾ ਕਿ D ਇਜ਼ ਮਦਰ ਆਫ 2, ਮਤਲਬ ਦੋਵਾਂ ਦੀ ਮਾਂ ਆ। ਇੱਕ ਕੌਣ ਹੈ, ਬੇਟਾ ਹੈ ਤੇ ਇੱਕ ਬੇਟੀ ਹੈ। ਅਗਰ ਆਪਾਂ F ਨੂੰ ਮੇਲ ਬਣਾ ਕੇ ਔਰ ਅਗਰ ਆਪਾਂ D ਨੂੰ ਫੀਮੇਲ ਬਣਾਉਣੇ ਆ ਤਾਂ ਫਿਰ ਤਾਂ ਮੇਲ 4 ਹੋ ਜਾਣਗੇ। ਪੁਆਇੰਟ ਕਰੋ ਮੇਰੀ ਗੱਲ ਨੂੰ। ਫਿਰ ਇੱਥੇ ਮੇਲ ਕਿੰਨੇ ਹੋ ਜਾਣਗੇ, 4 ਹੋ ਜਾਣਗੇ। ਇੱਥੇ ਨਹੀਂ ਆਏਗਾ ਨਾ, ਇੱਥੇ ਨਹੀਂ ਆਏਗਾ ਤਾਂ ਡੈਫੀਨਿਟਲੀ ਇਸ ਨਤੀਜੇ ਤੇ ਆਪਾਂ ਪਹੁੰਚ ਚੁੱਕੇ ਹਾਂ ਕਿ D ਹੈ ਉਹ ਮਦਰ ਜ਼ਰੂਰ ਬਣੇਗੀ ਲੇਕਿਨ ਵਾਈਫ ਬਣੇਗੀ ਜਾਂ ਤਾਂ A ਦੀ ਜਾਂ E ਦੀ। ਤਾਂ ਆਪਾਂ ਇੱਕ ਕੰਮ ਕਰਦੇ ਹਾਂ ਕਿ ਆਪਾਂ ਇੱਥੇ D ਨੂੰ ਰੱਖ ਲੈਂਦੇ ਹਾਂ ਇੱਕ ਵਾਰੀ, ਅਗਰ ਆਪਾਂ ਨੂੰ ਲੱਗਿਆ ਤਾਂ ਆਪਾਂ E ਵਾਲੇ ਪਾਸੇ ਚੁੱਕ ਕੇ ਕਰ ਦਾਂਗੇ। ਠੀਕ ਹੈ, ਰਿਲੇਸ਼ਨ ਬਦਲ ਦਾਂਗੇ ਇਹਨਾਂ ਦਾ ਰਾਤੋਂ ਰਾਤ ਹੀ। ਹਾਂਜੀ ਬਿਲਕੁਲ ਰਾਤੋਂ ਰਾਤ ਰਿਲੇਸ਼ਨ ਬਦਲ ਦਾਂਗੇ, ਪਗਲੀ ਨੂੰ ਆਪਾਂ ਦੂਜੇ ਪਾਸੇ ਭੇਜ ਦਾਂਗੇ। ਚਲਿਏ D ਇਜ਼ ਦਾ ਮਦਰ ਆਫ 2, ਇੱਕ ਬੇਟਾ ਇੱਕ ਬੇਟੀ ਹੈ। ਤੇ ਜੇ ਆਪਾਂ ਇੱਕ ਬੇਟਾ ਤੇ ਇੱਥੇ E ਬਣਾਇਆ ਪਿਆ ਤੇ ਇੱਥੇ ਆਪਾਂ ਇੱਕ ਕੰਮ ਕਰਦੇ ਹਾਂ, ਬੇਟੀ ਬਣਾ ਦਿੰਦੇ ਹਾਂ, ਇਹ ਵਾਲੀ ਬੇਟੀ ਹੈ। ਇੱਥੇ ਮੈਨੂੰ ਲੱਗਦਾ ਸਿੱਟ ਬੈਠ ਜਾਏਗਾ ਰਿਸ਼ਤਾ, ਹੈ ਨਾ। ਇਹ ਫੈਸਲਾ ਦਿੱਤਾ ਸਾਰੇ ਬੰਦਿਆਂ ਨੇ, ਕਹਿੰਦੇ ਭਾਈ ਵੀ ਜਿਹੜੀ D ਹੈ ਨਾ ਉਹਨੂੰ ਵਾਈਫ ਉਸ ਦੀ ਬਣਾਓ ਕਿ ਜਿਹਦਾ ਇੱਕ ਬੇਟਾ ਹੋਵੇ ਤੇ ਇੱਕ ਬੇਟੀ ਹੋਵੇ। ਠੀਕ ਹੈ, ਜੇ ਆਪਾਂ ਇੱਕ ਕੰਮ ਕਰਦੇ ਹਾਂ ਵੀ ਆਪਣੇ ਕੋਲੇ A ਅਤੇ E ਅਤੇ B 3 ਮੇਲ ਹੋ ਚੁੱਕੇ ਨੇ
ਤਾਂ ਮੇਰੇ ਸ਼ੁਭਚਿੰਤਕੋ 3 ਫੀਮੇਲ ਵੀ ਹੋਣੀਆਂ ਚਾਹੀਦੀਆਂ। 3 ਫੀਮੇਲ ਦੇ ਵਿੱਚ ਫਿਰ ਆਪਣੇ ਕੋਲੇ ਕੌਣ ਬਚ ਗਿਆ? ABCD, ਤਾਂ ਆਪਣੇ ਕੋਲੇ C ਬਚ ਗਿਆ, ਤਾਂ CDF ਫੀਮੇਲ ਹੋਣਗੀਆਂ। ਗੱਲ ਖਤਮ ਕਰੋ ਯਾਰ। ਹੁਣ ਸਟੇਟਮੈਂਟ ਪੜੋ। ਇਹ ਕਹਿੰਦਾ ਕਿ ABC ਆਰ ਫੀਮੇਲ, ਤਾਂ ABC ਇਹ ਤਾਂ ਬਿਲਕੁਲ ਹੀ ਗਲਤ ਹੈ ਕਿਉਂਕਿ A ਤਾਂ ਆਲਰੇਡੀ ਮੇਲ ਹੈ। ਇਹ ਕਹਿੰਦਾ ਕਿ A ਇਜ਼ ਹਸਬੈਂਡ ਆਫ D, A ਇਜ਼ ਹਸਬੈਂਡ ਆਫ D, A ਇਜ਼ ਹਸਬੈਂਡ ਆਫ D, ਮਤਲਬ ਇਹ ਵਾਲਾ ਹੋ ਸਕਦਾ ਹੈ? ਹੋ ਸਕਦਾ ਯਾਰ, ਹੋ ਸਕਦਾ ਨਾ, ਤਾਂ ਬਿਲਕੁਲ ਇਹੀ ਸਾਡਾ ਆਨਸਰ ਹੋ ਗਿਆ। ਫਿਰ ਵੀ ਪੜ੍ਹ ਲੈਂਦੇ ਆਪਾਂ। D ਇਜ਼ ਗ੍ਰੈਂਡ ਡਾਟਰ ਆਫ F, ਮਤਲਬ D ਇਜ਼ ਗ੍ਰੈਂਡ ਡਾਟਰ ਆਫ F, ਨਾ 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 ਨਾ, ਬਿਲਕੁਲ ਵੀ ਨਹੀਂ ਹੈ, ਗ੍ਰੈਂਡ ਡਾਟਰ ਤਾਂ ਨਹੀਂ ਹੈ ਯਾਰ, ਇਹ ਤਾਂ ਗਲਤ ਕਹਿ ਰਿਹਾ। ਇਹ ਕਹਿੰਦਾ ਕਿ E and F ਆਰ ਚਿਲਡਰਨ ਆਫ D, E and F ਥੋੜੀ ਹੋਏਗਾ, ਤਾਂ ਬਿਲਕੁਲ ਹੀ ਗਲਤ ਕਹਿ ਰਿਹਾ। ਤਾਂ ਯਾਰ ਆਪਸ਼ਨ ਨੰਬਰ B ਸਹੀ ਹੈ। ਦੱਸੋ ਕਿੰਨੇ ਸਟੂਡੈਂਟਸ ਮੇਰੇ ਨਾਲ ਸਹਿਮਤ ਹੈ? ਮੇਰੇ ਨਾਲ ਅਗਰ ਸਹਿਮਤ ਹੋ ਤਾਂ ਪਲੀਜ਼ ਬਸ ਕਮੈਂਟ 'ਚ ਲਿਖ ਦਿਓ ਸਰ ਆਹੋ ਸਹਿਮਤ ਹੈ। ਬਿਲਕੁਲ ਸ਼ੇਅਰ ਕਰਦੇ ਚੱਲੋ, ਕੋਈ ਕਮੀ ਨਹੀਂ ਹੋਣੀ ਚਾਹੀਦੀ। ਤੁਸੀਂ, ਤੁਹਾਡੀ ਜ਼ਿੰਮੇਵਾਰੀ ਹੈ, ਯੂ ਆਰ ਦਾ ਫੈਮਿਲੀ ਮੈਂਬਰ ਆਫ ਪਾਰਟੀਕੂਲਰ ਦਿਸ ਚੈਨਲ। ਪਲੀਜ਼ ਸ਼ੇਅਰ ਵਿਦ ਯੂਰ ਫਰੈਂਡਸ ਐਂਡ ਉਹਨਾਂ ਨੂੰ ਕਹਿ ਦਿਓ ਜਾਗ ਜਾਓ, ਸਹੀ ਸਮੇਂ ਤੇ ਜਾਗ ਜਾਓ। ਜੇ ਤੁਸੀਂ ਆਹੀ ਬਿਲਕੁਲ ਮੈਂ ਕਹਾਂਗਾ ਕਿ ਮੂਰਖਤਾ ਹੁੰਦੀ ਇਸ ਬੱਚੇ ਦੀ ਕਿ ਐਗਜ਼ਾਮ ਤੋਂ 15 ਦਿਨ ਪਹਿਲਾਂ ਕਾਪੀਆਂ ਚੱਕ ਲਓ, ਕਿਤਾਬਾਂ ਚੱਕ ਲਓ। ਹਾਂਜੀ ਸਰ ਜੀ ਸਾਨੂੰ ਬੈਸਟ ਤਰੀਕਾ ਦੱਸ ਦਿਓ ਜੀ ਸਟੱਡੀ ਕਰਨ ਦਾ। ਸਰ ਜੀ ਕਿਹੜੀ ਕਿਹੜੀ ਬੁੱਕ ਪੜ੍ਹਨੀ ਹੈ ਜੀ? ਸਰ ਕਹਿ ਦੇਣਗੇ ਜੀ ਫਲਾਣੀ ਫਲਾਣੀ ਬੁੱਕ ਪੜ੍ਹ ਲਓ। ਨਹੀਂ, ਤੁਸੀਂ ਬਿਲਕੁਲ ਮੂਰਖਤਾ ਕਰ ਰਹੇ ਹੋ। ਇਹ ਥੋੜੀ ਤੁਸੀਂ ਯਾਦ ਰੱਖੋ ਕਿ ਜਿਨ੍ਹਾਂ ਨੇ ਪਟਵਾਰੀ ਬਣਨਾ ਹੈ ਉਹ ਪਿਛਲੇ 1 ਸਾਲ ਤੋਂ ਲੱਗੇ ਹੋਏ ਨੇ ਔਰ ਅੱਜ ਵੀ ਲੱਗੇ ਹੋਏ ਨੇ ਸੀਰੀਅਸਲੀ ਤਰੀਕੇ ਨਾਲ। ਦੋਸਤੋ ਪਟਵਾਰੀ ਉਹੀ ਬਣਨਗੇ, ਤੁਸੀਂ ਨਹੀਂ ਬਣੋਗੇ ਪਟਵਾਰੀ ਜੇ ਤੁਸੀਂ ਅੱਜ ਕੁਇਟ ਕਰਕੇ ਰਹੇ ਹੋ। ਤੁਸੀਂ ਸੋਚਿਆ ਨਹੀਂ ਛੱਡੋ ਯਾਰ ਬਾਅਦ 'ਚ ਦੇਖਾਂਗੇ, ਬਾਅਦ ਵਾਲਾ ਕਿੱਸਾ ਖਤਮ। ਤੁਸੀਂ ਬੱਸ 'ਚ ਬੈਠੇ ਹੋ, ਬੱਸ ਸੈਸ਼ਨ ਦੇਖੋ, ਈਅਰਫੋਨ ਲਾਓ। ਜੇ ਤੁਸੀਂ ਸ਼ਾਮ ਨੂੰ ਸੌਂ ਰਹੇ ਹੋ, ਅੱਧਾ ਘੰਟਾ ਲੇਟ ਸੌਂ ਜਾਓ, ਸੈਸ਼ਨ ਲਾ ਲਓ, ਚੰਗਾ ਰਹੋਗੇ। ਕਿਉਂਕਿ ਕਿਸੇ ਸਿਆਣੇ ਨੇ ਕਿਹਾ ਹੈ ਕਿ ਅਗਰ ਤੁਸੀਂ ਜਲਦੀ ਉੱਠੋਗੇ ਤਾਂ ਤੁਹਾਡੇ ਕੰਮ ਉਨੇ ਜਲਦੀ ਹੋਣਗੇ। ਤੁਸੀਂ ਜਲਦੀ ਉੱਠੋਗੇ ਉਨੇ ਤੁਹਾਡੇ ਕੰਮ ਜਲਦੀ ਹੋਣਗੇ। ਜਿੰਨਾ ਕੰਮ ਕਰ ਲਓਗੇ ਉਨਾ ਹੀ ਬਿਹਤਰ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ? ਬਿਲਕੁਲ ਬਿਲਕੁਲ। ਇੱਥੇ ਮੈਂ ਤੁਹਾਨੂੰ ਗੱਲ ਕਹਾਂਗਾ ਕਿ ਬੁੱਲੇ ਸ਼ਾਹ ਨੇ ਇੱਕ ਸ਼ਬਦ ਕਿਹਾ ਸੀਗਾ। ਬੁੱਲੇ ਸ਼ਾਹ ਦੀਆਂ ਗੱਲਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਹੈ, ਠੀਕ ਹੈ? ਕਹਿੰਦਾ ਕਿ ਚਾਦਰ ਮੈਲੀ ਤੇ ਸਾਬਣ ਥੋੜਾ, ਚਾਦਰ ਮੈਲੀ ਤੇ ਸਾਬਣ ਥੋੜਾ, ਬੈਠ ਕਿਨਾਰੇ ਧੋਵਾਂਗਾ। ਸੁਣੋ, ਚਾਦਰ ਮੈਲੀ ਤੇ ਸਾਬਣ ਥੋੜਾ, ਬੈਠ ਕਿਨਾਰੇ ਧੋਵਾਂਗਾ, ਦਾਗ ਨਹੀਂ ਛੁੱਟਣੇ ਪਾਪਾਂ ਵਾਲੇ, ਦਾਗ ਨਹੀਂ ਛੁੱਟਣੇ ਪਾਪਾਂ ਵਾਲੇ, ਪਾਪਾਂ ਵਾਲੇ ਧੋਵੇਂਗਾ ਫਿਰ ਰੋਵੇਂਗਾ। ਇਹ ਚੀਜ਼ ਯਾਦ ਰੱਖਿਓ। ਹਾਲਾਂਕਿ ਇਸ ਨੂੰ ਆਪਾਂ ਮੋਡੀਫਾਈ ਕਰ ਸਕਦੇ ਹਾਂ ਕਿ ਜੋ ਵਕਤ ਹੈ ਉਸ ਦੀ ਕਦਰ ਕਰੋ ਔਰ ਅਗਰ ਬਾਅਦ ਦੇ ਵਿੱਚ ਨਿਕਲ ਗਿਆ ਜ਼ਿੰਦਗੀ ਪਰ ਪਛਤਾਓਗੇ ਕੁਝ ਨਹੀਂ ਹੈ। ਚਲਿਏ ਨੈਕਸਟ ਕੁਐਸਚਨ ਦੇਖਦੇ ਹਾਂ 8ਵਾਂ। ਇਹ ਉਹੀ ਕੁਐਸਚਨ ਆ ਗਿਆ। ਦੇਖੋ ਯਾਰ ਇਹਨੂੰ ਮੈਂ 2 ਤਰੀਕੇ ਨਾਲ ਦੱਸਾਂਗਾ। ਪਹਿਲਾ ਤਰੀਕਾ ਤਾਂ ਜੋ ਮੈਂ ਕਰਵਾਉਂਦਾ ਆ ਰਿਹਾ ਉਹੀ ਦੱਸ ਦਿੰਦਾ ਹੈ। ਦੂਜਾ ਤਰੀਕਾ ਮੈਂ ਤੁਹਾਨੂੰ ਟ੍ਰਿਕ ਵਾਲਾ ਦੱਸਾਂਗਾ। ਹਾਲਾਂਕਿ ਮੈਂ ਆਲਰੇਡੀ ਬਲੱਡ ਰਿਲੇਸ਼ਨ, ਤੁਸੀਂ ਨਾ ਇਦਾਂ ਲਿਖਿਓ, ਤੁਸੀਂ YouTube ਤੇ ਸਰਚ ਮਾਰ ਕੇ ਦੇਖਿਓ ਕਿ ਬਲੱਡ ਰਿਲੇਸ਼ਨ, ਠੀਕ ਹੈ, ਬਲੱਡ ਰਿਲੇਸ਼ਨ ਟ੍ਰਿਕ ਬਾਈ ਗਿਲਜ ਮੈਂਟੋਰ, ਠੀਕ ਹੈ? ਇਦਾਂ ਕਰਕੇ ਤੁਸੀਂ ਨਾ YouTube ਤੇ ਸਰਚ ਕਰਿਓ, ਤੁਹਾਨੂੰ ਇੱਕ ਟ੍ਰਿਕ ਵੀ ਮਿਲੇਗੀ ਮੇਰੀ, ਉਸ ਤੇ ਵੀ ਕਰ ਸਕਦੇ ਹੋ। ਲੇਕਿਨ ਮੈਂ ਇਹ ਪੈਟਰਨ ਤੁਹਾਨੂੰ ਦੱਸਾਂਗਾ ਜਿਹੜਾ ਮੈਂ ਕਰਵਾ ਰਿਹਾ। ਇਹ ਪੁਆਇੰਟਿੰਗ ਟੂ ਏ ਮੈਨ, ਇੱਕ ਮੈਨ ਦੀ ਤਰਫ ਪੁਆਇੰਟਿੰਗ ਕਰਕੇ ਔਨ ਦਾ ਸਟੇਜ ਰਾਸ਼ੀ ਸੈਡ। ਦੇਖੋ ਰਾਸ਼ੀ ਹੈ ਨਾ, ਇਹ ਰਾਸ਼ੀ ਨੂੰ ਇੱਥੇ ਕਰ ਲਓ ਆਪਣੇ। ਰਾਸ਼ੀ ਨੇ ਇੱਕ ਪੁਆਇੰਟ ਕੀਤਾ, ਇੱਕ ਸਟੇਜ ਤੇ ਬੰਦਾ ਖੜਾ ਆ, ਇਹ ਪੁਆਇੰਟਿੰਗ ਟੂ ਮੈਨ ਹੈ। ਇਹਦੇ ਤਰਫ ਇਸ਼ਾਰਾ ਕਰਕੇ ਕੀ ਕਹਿੰਦੀ ਹੈ ਜਾਂ ਕਹਿੰਦਾ ਆ, ਸੁਣੋ ਕਿ ਹੀ ਇਜ਼ ਬ੍ਰਦਰ ਆਫ ਦਾ ਡਾਟਰ, ਹੀ ਇਜ਼ ਦਾ ਬ੍ਰਦਰ ਆਫ ਦਾ ਡਾਟਰ, ਮਤਲਬ ਉਹ ਬ੍ਰਦਰ ਹੈ ਕਿਹਦਾ? ਬ੍ਰਦਰ ਆਫ ਦਾ ਡਾਟਰ ਆਫ ਦਾ ਵਾਈਫ ਆਫ ਮਾਈ ਹਸਬੈਂਡ। ਹਮੇਸ਼ਾ ਇਹੋ ਜਿਹੇ ਕੁਐਸਚਨ ਨੂੰ ਹਮੇਸ਼ਾ ਦੋਸਤੋ ਪਿੱਛੇ ਤੋਂ ਸ਼ੁਰੂ ਕਰਨਾ ਹੈ, ਬੈਕ ਸਾਈਡ ਤੋਂ ਸ਼ੁਰੂ ਕਰਨਾ ਹੈ। ਕਿੱਥੋਂ ਸ਼ੁਰੂ ਕਰਨਾ ਹੈ? ਬੈਕ ਸਾਈਡ ਤੋਂ ਸ਼ੁਰੂ ਕਰਨਾ ਹੈ। ਔਰ ਇੱਕ ਟ੍ਰਿਕ ਹੁੰਦੀ ਹੈ, ਉਹ ਆਫ ਵਾਲੀ ਟ੍ਰਿਕ ਹੁੰਦੀ ਹੈ, ਉਹ ਮੈਂ ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕਿਆ ਕਿ ਮੇਰੇ ਇਹ ਲੈਕਚਰ ਤੁਸੀਂ ਦੇਖ ਸਕਦੇ ਹੋ ਜਾ ਕੇ, ਤੁਹਾਨੂੰ ਧੜਾਧੜ ਮਿਲ ਜਾਣਗੇ ਉੱਥੇ, ਬਟ ਫਿਰ ਵੀ ਮੈਂ ਇਸ ਨਾਲ ਰਿਲੇਟ ਕਰਕੇ ਤੁਹਾਨੂੰ ਸਮਝਾ ਦਿੰਦਾ। ਰਾਸ਼ੀ ਕਹਿੰਦੀ ਹੈ ਕਿ ਮੇਰੇ ਹਸਬੈਂਡ, ਤਾਂ ਰਾਸ਼ੀ ਅਗਰ ਇੱਥੇ ਹੈ ਤਾਂ ਡੈਫੀਨੇਟਲੀ ਰਾਸ਼ੀ ਦਾ ਹਸਬੈਂਡ। ਆਪਾਂ ਇਹ ਕੰਮ ਕਰਦੇ ਹਾਂ, ਇਸੇ ਨੂੰ ਆਪਾਂ ਹਸਬੈਂਡ ਬਣਾ ਦਿੰਦੇ ਹਾਂ, ਇਸੇ ਵਾਲੇ ਮੇਲ ਨੂੰ, ਠੀਕ ਹੈ ਜੀ। ਅਗਰ ਆਪਾਂ ਕੀ ਕਹਿ ਦਿੰਦੇ ਆ, ਬਾਈ ਦਾ ਵੇ ਇਹਨੂੰ ਆਪਾਂ ਇਹਦਾ ਹਸਬੈਂਡ ਬਣਾ ਦਿੰਦੇ ਆ, ਇਹ ਆ ਲਓ ਜੀ ਹਸਬੈਂਡ ਬਣਾਤਾ ਆਪਾਂ, ਠੀਕ ਹੈ? ਉਹ ਕਹਿੰਦੀ ਕੀ ਕਹਿੰਦੀ ਕਿ ਹੀ ਇਜ਼ ਬ੍ਰਦਰ ਆਫ ਸਮਬਡੀ ਹੈ, ਕੋਈ ਵੀ ਬੰਦਾ ਆ, ਕੋਈ ਵੀ ਬੰਦਾ ਹੈ, ਉਹਦੇ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਕਿ ਉਹ ਹੀ ਇਜ਼ ਬ੍ਰਦਰ, ਉਹ ਭਰਾ ਆ ਕਿਹਦਾ? ਆਫ ਦਾ ਡਾਟਰ ਆਫ ਦਾ ਵਾਈਫ, ਮਤਲਬ ਡਾਟਰ ਆਫ ਦਾ ਵਾਈਫ ਮਾਈ ਹਸਬੈਂਡ, ਮਤਲਬ ਕਿ ਇਹ ਖੁਦ ਬਾਰੇ ਗੱਲ ਕਰ ਰਹੀ ਹੈ ਇੱਥੇ। ਤਾਂ ਜਨਰਲੀ ਦੇਖੋ ਸੈਂਟੈਂਸ ਇੱਥੋਂ ਰੀਡ ਕਰਨਾ, ਤੁਸੀਂ ਕੀ ਕੀਤਾ, ਇੱਥੋਂ ਹੈ ਜੋ ਵੀ ਮੈਨ ਹੈ, ਫੀਮੇਲ ਹੈ, ਨਥਿੰਗ। ਇੱਥੇ ਤੁਸੀਂ ਜਿਹੜਾ ਬੰਦਾ ਕਹਿੰਦਾ ਆ ਉਸ ਬੰਦੇ ਨੂੰ ਇੱਥੇ ਲਿਖੋ ਔਰ ਇਸ ਸੈਂਟੈਂਸ ਦੇ ਐਂਡ ਵਿੱਚ ਪਹੁੰਚ ਜਾਓ। ਕਹਿੰਦਾ ਕਿ ਮਾਈ, ਕਹਿੰਦੀ ਹੈ ਕਿ ਮਾਈ ਹਸਬੈਂਡ, ਆਪਾਂ ਇਸ ਨੂੰ ਹਸਬੈਂਡ ਬਣਾਤਾ। ਚਲੀ ਕਹਾਣੀ ਖਤਮ ਹੋ ਗਈ। ਹੁਣ ਇਹ ਹਸਬੈਂਡ ਹੈ ਤੇ ਕਿਹਦੀ ਹੈ ਕਿ ਉਹ ਕਹਿੰਦਾ ਵਾਈਫ ਆਫ ਹਸਬੈਂਡ, ਤਾਂ ਇਹ ਕੌਣ ਹੋਗੀ? ਵਾਈਫ ਹੋਗੀ। ਕਲੀਅਰ ਹੈ? ਚਲਿਏ ਇੱਥੋਂ ਸੈਂਟੈਂਸ ਬੈਕ ਤੋਂ ਆ ਜਾਓ ਕਿ ਵਾਈਫ ਆਫ ਡਾਟਰ, ਮਤਲਬ ਇਹਦੀ ਡਾਟਰ ਹੋਗੀ ਕੋਈ ਨਾ ਕੋਈ ਡਾਟਰ ਹੈ ਜਿਹਦਾ ਨਾਮ ਚਿੰਕੀ, ਪਿੰਕੀ, ਮਿੰਕੀ ਰੱਖ ਲਓ, ਕੁਝ ਵੀ ਹੈ। ਇੱਥੇ ਆਪਾਂ ਚਿੰਕੀ ਰੱਖ ਲਿਆ ਨਾਮ, ਠੀਕ ਹੈ ਜੀ। ਚਲਿਏ ਇਹ ਚਿੰਕੀ ਹੋਗੀ। ਇਹ ਚਿੰਕੀ
ऑफ द ब्रदर मतलब ही इज़ द ब्रदर ऑफ चिंकी। अगर मैं इत्थे डॉटर दा थां चिंकी लिख देवां तो ही इज़ द ब्रदर ऑफ चिंकी आऊगा ना। तो आ लो जी आ काका आ गया जिहदे वाल इशारा कर रही सी, स्टेज ते खड़ा सीगा। कौन इशारा कर रही सी? ऋषि। ਇਹਦਾ नाम लिख लो, कुछ भी लिख लो, ठीक है, कुछ भी लिख लो, XYZ। चलिए बिल्कुल बिल्कुल। आ लो जी ਇਹਦਾ नाम रखता आपां पिप्पल सिंह, ठीक है जी। आ लो पिप्पल नाम रखता जी ਇਹਦਾ, ठीक है, बड़ा फनी जिहा नाम है। आ लो गल खत्म हो गई। हुण एंड विच कहंदे आ कि हाउ इज़ द मैन स्टेज ऑन द रिलेटेड टू, मतलब जिहड़ा बंदा स्टेज ते खड़ा आ उहदा ऋषि नाल की रिलेशन है? वो तो पुत्र है। तो ऑप्शन नंबर पहला आ जाएगा ए नंबर। ਇਹੋ ਜਿਹੇ ਕੁਐਸਚਨ ਨੂੰ ਮੈਂ ਤੁਹਾਨੂੰ ਕੀ ਸਮਝਾਇਆ ਦੋਸਤੋ? ਸਿੰਪਲ ਤਰੀਕਾ ਇਹ ਹੁੰਦਾ ਹੈ ਕਿ ਕੁਐਸਚਨ ਦੇ ਵਿੱਚ ਜੋ ਬੰਦਾ ਕਹਿੰਦਾ ਆ ਕਿਹਦੇ ਬਾਰੇ, ਉਹਨਾਂ ਦਾ ਧਿਆਨ ਰੱਖੋ ਅਤੇ ਉਸ ਜੋ ਪੂਰੇ ਕੁਐਸਚਨ ਦਾ ਸਟੇਟਮੈਂਟ ਉਹਦੇ ਅਖੀਰਲੀ 'ਚ ਪਹੁੰਚ ਜਾਓ। ਅਖੀਰਲੇ ਤੋਂ ਚੁੱਕਣਾ ਸ਼ੁਰੂ ਕਰ ਦਿਓ। ਤੁਸੀਂ ਕੀ ਕਰਨਾ ਆ ਕਿ ਇੱਥੇ ਵਾਈਫ ਦੇ ਥਾਂ ऋषि ਨੂੰ ਰੱਖ ਦਿਓ, ਇੱਥੇ ਹਸਬੈਂਡ ਉਹਦਾ ਹੋ ਗਿਆ, ਔਰ ਇੱਥੇ ਡਾਟਰ ਦੇ ਥਾਂ ਉਹਦੀ ਇੱਥੇ ਕੋਈ चिंकी पिंकी रख दो, कुछ भी नाम रख लो, खुद का नाम रख लो यार, की दिक्कत है? आप क्वेश्चन ही करना है, फीलिंग लेके कर लो, ठीक है, बस अपना आंसर हो गया। चलिए अगला क्वेश्चन आप कर लेने फटाफट। ये कहना भी इंट्रोड्यूसिंग ए मैन हर हसबैंड, इंट्रोड्यूसिंग ए मैन टू हर हसबैंड मतलब कि ए विमन सैड, मतलब एक बंदे नूं, जो एक बंदा आ उन्होंने बल्कि तो हसबैंड है पहचान देंदे हुए अपनी जानकारी देंदे हुए एक वीमन सैड, वीमन ये आ लो जी इस वीमन है इनू आपां की करते हैं, आ लो जी इत्थे ऐ बनाता आपां। वीमन सैड कि हिज ब्रदर्स फादर इज द ओनली सन ऑफ माई ग्रैंड फादर, मतलब ग्रैंड मदर ऑफ माई मतलब कि इस वीमन दे रिलेशन नाल हो रहा है ग्रैंड फादर, ठीक है। हुण तुसीं किदां करोगे? सिंपल जिहा तरीका की कहंदा आ, सिंपल जिहा तरीका ये कहंदा है कि आपां एक काम करो कि अगर मैं इत्थे जनरली गल करां और ये अगर वीमन है तो इत्थे रिलेशन बराबर इहदा किहदा होएगा? हसबैंड दा होएगा ना। किहदा रिलेशन होएगा? हसबैंड दा होएगा। और अगर हसबैंड दा होएगा तो जनरली तुहानूं ये भी पता है कि इत्थे रिलेशन अगर आपां बनावांगे तो इहदे पेरेंट्स दा आएगा, उनके पेरेंट्स तो उपर किहदा रिलेशन आएगा? इहदे ग्रैंड फादर मदर दा आएगा। पहला तरीका तो ये है। दूजा तरीका एक बार फिर रीड कर लो कि हिज ब्रदर्स ओदे भरा दा फादर, उसके ब्रदर का फादर, कि हिज ब्रदर्स फादर उसके बल्कि ब्रदर का फादर, हिज ब्रदर्स फादर इज द ओनली सन ऑफ माई ग्रैंड फादर। तो ऑफ माई है ना, तुसी इत्थे रख लो ये वीमन होगी जिहदा नाम है कुछ भी रख लो, पगली, ठीक है, पगली इत्थे रख लो। पगली कह रही है कि मेरा ग्रैंड फादर, जिहदा नाम इत्थे की रख लो, तुसी कुछ भी रख लो, ठीक है, दौलत सिंह रख लो बई। अगर तुहाडे चों किसी दा नाम है यार गलत ना ले लियो, फीलिंग ना ले लियो गलत कुछ भी, ठीक है, बस मेरा समझाउणा तरीका। एक चीज़ इत्थे नोट करनी है, जिसनों मैं रफ कर देवां ताकि तुसी थोड़ा जिहा समझ सकोगे बेहतर तरीके नाल। थोड़ा जिहा मैं इस करके रफ करांगा कि आ लो जी इस प्रक्रिया नूं पूरे नूं आपां वापस तो मैं तुहानूं पूरा इंडिकेट करके दसांगा। दोस्तों एक चीज़ तुसी नोट करनी है हमेशा लई नोट करनी है कि जदों भी जनरली सेंटेंस इन्हें क्या है कि सन ऑफ ग्रैंडफादर, मतलब कि ओनली सन, एक पुत्र है वह ग्रैंडफादर, पुत्र का ग्रैंडफादर है तो कुछ ना कुछ रिलेशन इत्थे जाके बन जाएगा। आपां इहदा नाम की रखिया सीगा? दौलत रखिया सीगा। आपां इंज करदे हां दौलत रख लेने। चलिए बई चलिए शाबाश बई। ये कहंदी हुण की कहंदी है इत्थों कह रही है कि सन ऑफ ग्रैंडफादर मतलब कि इस वीमन दा फादर उहदे पुत्र दा दादा जी लगेगा या नाना, जो भी आपां कह सकते हैं। हुण इत्थों वापस से पूरे सेंटेंस नूं रीड करके आंसर दो फटाफट, क्विकली यार, क्विकली, कम ऑन गाइस, कम ऑन फटाफट। दोस्तों अगले क्वेश्चन दे विच एक इंपॉर्टेंट चीज़ है तुसीं वापस तो याद रखना है जदों भी इहो जिहा क्वेश्चन करना है। जनरली आपां सेंटेंस दे विच एक बंदा है, एक मैन नूं इंट्रोड्यूस करदी हुई एक वीमन कहंदी है कि हिज ब्रदर्स फादर, हिज ना हिज मतलब उहदे मैन वास्ते यूज हो रहा है, तो इत्थे तुसीं इस मैन नूं बिठा दो, नाम रख लो, कुछ ही पप्पू रख लो, पप्पू दा ब्रदर्स फादर, पप्पू दे भरा दा फादर तो डेफिनेटली है कि ਉਹਦਾ भी बंदे ਦਾ नाम अगर पप्पू है, जनरली तुसी खुद रख लो, ਤੁਹਾਡੇ ब्रदर ਦਾ फादर तो ਤੁਹਾਡਾ भी तो फादर होया ना, राइट है। तो तुसी ਇੱਥੇ खुद ਨੂੰ अपने आप बिठा लो। एक वीमन सैड है कि अगर तुसी ਇੱਥੇ वीमन ਨੂੰ कहने हो, ये वीमन अपनी पहचान दिंदी, किसी फोटो वाल नहीं कहती। ਇੱਥੇ ਆਪਾਂ रख लेने पप्पू ਨੂੰ, ठीक है, ये नाम हो गया पप्पू। ਹੁਣ पप्पू ਦਾ ब्रदर है तो ਉਹਦਾ फादर भी ਤੁਹਾਡਾ ਕੀ ਹੋਏਗਾ? फादर होएगा। इहदा इत्थे फादर है कोई, ठीक है, इहदा इत्थे फादर है कोई और वो फादर मतलब इहदे ब्रदर है कोई, ਉਹਦਾ नाम टिंकू है। तो मतलब आप जनरली सेंटेंस नूं पढ़न वास्ते मैं नाम तुहानूं दे रहे हैं, अदरवाइज कोई दिक्कत नहीं है, ठीक है। तो मतलब बेसिकली मैं तुहानूं एक ट्रिक दसी सी भी इहो ਜਿਹੇ क्वेश्चनां नूं बैक साइड तो करो, बट जनरली मैं इत्थों तुहानूं शुरू च भी दस्सिया है कि इत्थे तुसीं हिज हर जदों भी हमेशा ये आपां कह सकते हैं कि
ਪੋਜੈਸਿਵ ਫਾਰਮ ਆਉਂਦੀਆਂ ਤਾਂ ਇਹ ਜਾਂ ਤਾਂ ਮੈਨ ਜਾਂ ਫੀਮੇਲ ਵਾਸਤੇ ਜਨਰਲੀ ਪਤਾ ਆ ਉਹਨਾਂ ਵਾਸਤੇ ਯੂਜ਼ ਹੁੰਦਾ ਹੈ। ਠੀਕ ਹੈ, ਇੱਥੋਂ ਤੱਕ ਸਟੋਰੀ ਹੋ ਗਈ ਆਪਣੀ ਖਤਮ। ਹੁਣ ਹੁੰਦਾ ਦਾ ਓਨਲੀ ਸਨ ਆਫ ਮਾਈ ਗ੍ਰੈਂਡ ਫਾਦਰਸ। ਇਹ ਵੀਮਨ ਕਹਿ ਰਹੀ ਹੈ ਨਾ, ਵੀਮਨ ਕਹਿ ਰਹੀ ਹੈ ਮਾਈ ਗ੍ਰੈਂਡ ਫਾਦਰ, ਮਤਲਬ ਕਿ ਮੇਰੇ ਬੇਸਿਕਲੀ ਕੀ ਹੈ ਕਿ ਇੱਕ ਪੁੱਤਰ ਦੀ ਗੱਲ ਹੋ ਰਹੀ ਹੈ। ਤਾਂ ਜਨਰਲੀ ਸੈਂਟੈਂਸ ਦੇ ਵਿੱਚ ਇਹ ਚੀਜ਼ ਹੈ ਕਿ ਹਾਊ ਇਜ਼ ਵੀਮਨ ਰਿਲੇਟਡ ਟੂ ਦਿਸ ਮੈਨ, ਮਤਲਬ ਕਿ ਉਸ ਬੰਦੇ ਦਾ ਨਾਲ ਕੀ ਰਿਲੇਸ਼ਨ ਹੈ। ਉਹ ਬੰਦਾ ਕੌਣ ਹੈ? ਇੱਥੇ ਪੱਪੂ ਹੈ। ਠੀਕ ਹੈ, ਇਹ ਪੱਪੂ ਹੈ ਨਾ। ਜਨਰਲੀ ਕੀ ਹੈ ਕਿ ਇੰਟਰੋਡਿਊਸਿੰਗ ਇਹ ਮੈਨ ਟੂ ਹਰ ਹਸਬੈਂਡ, ਆਪਣੇ ਹਸਬੈਂਡ ਨੂੰ ਜਾਣਕਾਰੀ ਦਿੰਦੇ ਹੋਇਆਂ ਇੱਕ ਬੰਦੇ ਬਾਰੇ ਪਹਿਚਾਣ ਦੇ ਰਹੀ ਹੈ ਕਿ ਹਿਜ਼ ਬ੍ਰਦਰਸ ਫਾਦਰ ਮਤਲਬ ਕਿ ਉਸ ਦਾ ਵੀ ਫਾਦਰ ਹੋਇਆ, ਓਨਲੀ ਸਨ ਆਫ ਮਾਈ ਗ੍ਰੈਂਡ ਫਾਦਰ। ਤਾਂ ਬੇਸਿਕਲੀ ਕੀ ਹੈ ਕਿ ਹਾਊ ਇਜ਼ ਵੀਮਨ ਰਿਲੇਟਡ ਟੂ ਦਿਸ ਮੈਨ, ਇਸ ਬੰਦੇ ਦੇ ਰਿਲੇਟਡ ਇਸ ਵੀਮਨ ਦਾ ਰਿਲੇਸ਼ਨ ਕੀ ਹੈ। ਤਾਂ ਸਿੰਪਲ ਜਿਹਾ ਆਨਸਰ ਹੋਏਗਾ, ਤੁਸੀਂ ਦੱਸ ਸਕਦੇ ਹੋ, ਲੇਕਿਨ ਜ਼ਰੂਰੀ ਇਹ ਹੈ ਕਿ ਪਹਿਚਾਣ ਬਣਾਉਣੀ। ਸਾਰੀ ਸੈਂਟੈਂਸ ਦੇ ਵਿੱਚ ਅਗਰ ਆਪਾਂ ਬਣਾਵਾਂਗੇ ਤਾਂ ਇਹਨਾਂ ਦਾ ਰਿਲੇਸ਼ਨ ਕੀ ਬਣੇਗਾ? ਇਹਨਾਂ ਦਾ ਰਿਲੇਸ਼ਨ ਬਣੇਗਾ ਬ੍ਰਦਰ ਅਤੇ ਸਿਸਟਰ ਦਾ। ਤੇ ਆਪਸ਼ਨ ਨੰਬਰ ਸੀ ਤੁਸੀਂ ਟਿਕ ਕਰ ਸਕਦੇ ਹੋ, ਬਿਲਕੁਲ ਡਜ਼ਨਟ ਮੈਟਰ ਹੈ। ਦੋ ਤਰੀਕੇ ਨਾਲ ਆਪਾਂ ਆਨਸਰ ਦਾ ਦੇ ਸਕਦੇ ਹਾਂ। ਹੁਣ ਵਾਪਸ ਤੋਂ ਆਪਾਂ ਪ੍ਰਕਿਰਿਆ ਸਮਝਦੇ ਹਾਂ। ਇੱਥੇ ਇੱਕ ਫੀਮੇਲ ਸੀ, ਉਹ ਆਪਣੇ ਪਤੀ ਨੂੰ ਜਾਣਕਾਰੀ ਦਿੰਦੀ ਹੋਇਆ ਕਹਿੰਦੀ ਹੈ ਕਿ ਉਹ ਜਿਹੜਾ ਬੰਦਾ ਆ, ਕਿਸੇ ਬੰਦੇ ਬਾਰੇ ਜਾਣਕਾਰੀ, ਅਗਰ ਫੀਮੇਲ ਦੀ ਗੱਲ ਕਰਦੇ ਆ ਜਾਂ ਟਿੰਕੂ ਦੀ ਗੱਲ ਕਰਦੇ ਨਥਿੰਗ। ਉਸ ਤੋਂ ਬਾਅਦ ਆ ਗਿਆ ਕਿ ਓਨਲੀ ਸਨ ਆਫ ਮਾਈ ਗ੍ਰੈਂਡ ਫਾਦਰਸ, ਤਾਂ ਉਹ ਬੇਸਿਕਲੀ ਇੱਕ ਜਨਰਲੀ ਕੀ ਕਹਿੰਦੀ ਹੈ ਸੈਂਟੈਂਸ ਦੇ ਵਿੱਚ ਦੋ ਚੀਜ਼ਾਂ ਟਵਿਸਟ ਹੁੰਦੀਆਂ ਕਿ ਉਸ ਦਾ ਪੁੱਤਰ ਅਤੇ ਉਹਦਾ ਫਾਦਰ ਹੈ, ਉਹਦਾ ਕੀ ਰਿਲੇਸ਼ਨ ਹੋਏਗਾ। ਦੋ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਸੀ ਕਿ ਉਸ ਸਨ ਅਤੇ ਗ੍ਰੈਂਡ ਫਾਦਰ ਦਾ ਤਾਂ ਆਪਾਂ ਦਾਦਾ ਪੋਤਾ ਕਹਿ ਸਕਦੇ ਸੀ, ਬਟ ਜਨਰਲੀ ਉਹਨੇ ਪੁੱਛ ਲਿਆ ਕਿ ਪਹਿਚਾਣ ਜਿਹਦੇ ਬਾਰੇ ਹੋ ਰਹੀ ਹੈ ਉਹਨਾਂ ਦਾ ਰਿਲੇਸ਼ਨ ਕੀ ਹੈ, ਤਾਂ ਆਪਾਂ ਕਹਿ ਸਕਦੇ ਹਾਂ ਇੱਥੇ ਕਿ ਗ੍ਰੈਂਡ ਸਿਸਟਰ ਹੋਏਗਾ। ਦੂਜਾ ਤਰੀਕਾ ਮੈਂ ਸਮਝਾਉਣਾ, ਜਰਾ ਨੋਟ ਡਾਊਨ ਕਰੋ। ਇੱਕ ਚੀਜ਼ ਨੋਟ ਕਰੋ, ਜਿਵੇਂ ਕਿ ਅਸੀਂ ਇਹ ਚੀਜ਼ ਕਰਦੇ ਹਾਂ ਕਿ ਓਨਲੀ ਸਨ ਆਫ ਵੀਮਨਸ ਗ੍ਰੈਂਡਫਾਦਰ, ਓਨਲੀ ਸਨ ਆਫ ਵੀਮਨ ਗ੍ਰੈਂਡਫਾਦਰ, ਜਿਵੇਂ ਕਿ ਬੈਕ ਸਾਈਡ ਤੋਂ ਆਪਾਂ ਚੁੱਕਣਾ ਆ ਜਿੱਥੇ ਆਫ ਦੀ ਕੰਡੀਸ਼ਨ ਦਿੱਤੀ ਜਾਵੇ। ਯਾਦ ਰੱਖਣਾ ਹੈ ਕਿ ਵੀਮਨਸ ਫਾਦਰ, ਉਸ ਵੀਮਨ ਦੇ ਫਾਦਰ ਬਾਰੇ ਗੱਲ ਹੋ ਰਹੀ ਹੈ। ਮੇਰੀ ਗੱਲ ਸਮਝ ਰਹੇ ਹੋ ਨਾ? ਉਸ ਵੀਮਨ ਦੇ ਫਾਦਰ ਬਾਰੇ ਗੱਲ ਹੋ ਰਹੀ ਹੈ ਕਿ ਵੀਮਨਸ ਫਾਦਰ ਹੈ। ਹੁਣ ਉਹ ਕਹਿੰਦਾ ਕਿ ਮੈਨਸ ਬ੍ਰਦਰ ਇਜ਼ ਫਾਦਰ, ਇਹ ਵਾਲੀ ਕੰਡੀਸ਼ਨ ਜੋ ਮੈਂ ਤੁਹਾਨੂੰ ਇੱਥੇ ਸਮਝਾਈ ਸੀਗੀ, ਮੈਨਸ ਮਤਲਬ ਬੰਦੇ ਦੇ ਭਰਾ ਦੇ ਫਾਦਰ, ਤਾਂ ਡੈਫੀਨੇਟਲੀ ਹੈ ਉਸ ਮੈਨਸ ਫਾਦਰ ਹੋਏਗਾ, ਬੰਦੇ ਦਾ ਫਾਦਰ ਹੋਏਗਾ। ਠੀਕ ਹੈ, ਉਸ ਬੰਦੇ ਦਾ ਤੇ ਇਸ ਫੀਮੇਲ ਦਾ ਰਿਲੇਸ਼ਨ ਕੀ ਹੈ? ਤਾਂ ਇੱਥੇ ਪੁੱਛਿਆ ਕਿ ਮੈਨਸ ਫਾਦਰ ਇਜ਼ ਵੀਮਨਸ ਫਾਦਰ, ਮਤਲਬ ਦੋਨੋਂ ਭੈਣ ਭਰਾ ਹੋਏ ਨਾ, ਮੈਨਸ ਫਾਦਰ ਇਜ਼ ਵੀਮਨ ਫਾਦਰ, ਤਾਂ ਵੀਮਨ ਇਜ਼ ਦਾ ਮੈਨਸ ਸਿਸਟਰ, ਤੇ ਦੋਨਾਂ ਦਾ ਮਤਲਬ ਭੈਣ ਭਰਾ ਦਾ ਰਿਲੇਸ਼ਨ ਹੋਇਆ। ਇਸ ਕਰਕੇ ਆਪਾਂ ਆਪਸ਼ਨ ਨੰਬਰ ਸਿਸਟਰ ਦਾ ਟਿਕ ਕਰ ਦਾਂਗੇ। ਜਨਰਲੀ ਸੈਂਟੈਂਸ ਹੈ, ਇੱਕ ਦੋ ਵਾਰੀ ਰੀਡ ਕਰ ਲਿਆ ਕਰੋ, ਬਲਕਿ ਮੈਂ ਤਾਂ ਟ੍ਰਿਕੀ ਸੈਸ਼ਨ ਤੁਹਾਨੂੰ ਦੱਸਦਾ ਹੈ। ਹੁਣ ਤੁਸੀਂ 10ਵਾਂ ਕੁਐਸਚਨ ਖੁਦ ਕਰਨਾ ਔਰ ਇਹਦਾ ਆਨਸਰ ਕਮੈਂਟਸ ਦੇਣਾ ਦੋਸਤੋ। ਠੀਕ ਹੈ, 10ਵਾਂ ਕੁਐਸਚਨ ਹੈ, 11ਵਾਂ ਕੁਐਸਚਨ ਹੈ, ਇਹਦਾ ਵੀ ਆਨਸਰ ਕਮੈਂਟਸ ਦੇਣਾ ਹੋਇਆ, ਬਿਲਕੁਲ ਪਰੇਸ਼ਾਨ ਨਹੀਂ ਹੋਣਾ। ਠੀਕ ਹੈ, ਔਰ ਇਸ ਤੋਂ ਬਾਅਦ ਇੱਕ ਫੈਮਿਲੀ ਸਟਰਕਚਰ ਦਾ ਕੁਐਸਚਨ ਹੈ। ਠੀਕ ਹੈ, ਕੋਈ ਦਿੱਕਤ ਨਹੀਂ ਹੈ। ਔਰ ਜਨਰਲੀ ਸੈਂਟੈਂਸ ਹੈ, ਬਾਕੀ ਜਿੰਨੇ ਵੀ ਇਸ਼ਾਰਾ ਕਰਨ ਵਾਲੇ ਕੁਐਸਚਨ ਹੈ ਪਰੇਸ਼ਾਨ ਨਹੀਂ ਹੋਣਾ, ਮੈਂ ਇਹਨੂੰ ਟ੍ਰਿਕਸ ਨਾਲ ਸਮਝਾ ਦਾਂਗਾ ਵਾਪਸ ਤੋਂ ਸੈਸ਼ਨ ਲੈ ਕੇ। ਬਲਕਿ ਮੈਂ ਜਿਹੜਾ ਤੁਹਾਨੂੰ ਮੈਥਡ ਦੱਸਿਆ ਪਲੀਜ਼ ਇਸ ਮੈਥਡ ਨੂੰ ਫੋਲੋ ਕਰੋ। ਜਿੰਨੇ ਵੀ ਇੱਕ ਦੂਜੇ ਨੂੰ ਇਸ਼ਾਰੇ ਕਰਦੇ ਨੇ, ਜਿਨ੍ਹਾਂ ਦੇ ਵਿੱਚ ਆਫ ਹੁੰਦਾ ਹੈ, ਠੀਕ ਹੈ, ਆਫ ਵਾਲੇ ਸੈਂਟੈਂਸ ਹੈ, ਆਫ ਵਾਲੇ ਸੈਂਟੈਂਸ, ਇਹਨਾਂ ਦੀ ਇੱਕ ਟ੍ਰਿਕ ਹੁੰਦੀ ਹੈ, ਇਹ ਟ੍ਰਿਕ ਨਾਲ ਸਮਝਾਵਾਂਗਾ। ਔਰ ਜਿਨ੍ਹਾਂ ਦੇ ਵਿੱਚ ਇਜ਼ ਹੁੰਦਾ ਹੈ, ਇਹਨਾਂ ਦੀ ਵੀ ਇੱਕ ਟ੍ਰਿਕ ਹੁੰਦੀ ਹੈ, ਇਹ ਵੀ ਮੈਂ ਤੁਹਾਨੂੰ ਸਮਝਾ ਦਾਂਗਾ। ਔਰ ਇਸ ਤੋਂ ਮੈਂ ਪਾਰਟ ਨੰਬਰ 2 ਦੇ ਵਿੱਚ ਸਾਰੀ ਪ੍ਰਕਿਰਿਆ ਸਮਝਾਊਂਗਾ, ਤਦ ਤੱਕ ਦੇਖਦੇ ਰਹੋ। ਪਾਰਟੀਕੂਲਰ ਸਾਰਿਆਂ ਦੇ ਆਨਸਰਸ ਕਮੈਂਟਸ ਦੇਣੇ ਆ। ਥੈਂਕ ਯੂ ਸੋ ਮਚ। ਇਸ ਤੋਂ ਬਾਅਦ ਇੱਕ ਤੁਹਾਨੂੰ ਜਿੰਨੇ ਵੀ ਇਹਦੇ ਨੈਕਸਟ ਕੁਐਸਚਨ ਹੈ, ਇਹਦਾ ਇੱਕ ਸਾਨੂੰ ਜਿੰਨੇ ਵੀ ਸਾਡੇ ਸਬਸਕ੍ਰਿਪਸ਼ਨ ਕਰਨਗੇ ਦੋਸਤੋ, ਉਹਦੇ 'ਚ ਤੁਹਾਨੂੰ ਅਸੀਂ ਇੱਕ ਮੌਕ ਟੈਸਟ ਦੇਵਾਂਗੇ। ਇਸ ਮੌਕ ਟੈਸਟ ਦੇ ਵਿੱਚ ਘੱਟ ਤੋਂ ਘੱਟ 20 ਕੁਐਸਚਨ ਹੋਣਗੇ ਜੋ ਬਲੱਡ ਰਿਲੇਸ਼ਨ ਦੇ ਸੰਬੰਧ 'ਚ ਹੋਣਗੇ, ਜਿਹੜੇ ਤੁਸੀਂ ਕਰਕੇ ਸਾਨੂੰ ਜ਼ਰੂਰ ਇਹਦਾ ਆਨਸਰ ਦੇ ਸਕਦੇ ਹੋ। ਬਲਕਿ ਇਹ ਟੈਸਟ ਹੋਏਗਾ ਔਰ ਜਿੰਨੇ ਵੀ ਅਦਰ ਸਟੂਡੈਂਟਸ ਉਹਨਾਂ ਲਈ ਵੀ ਅਸੀਂ ਪ੍ਰੈਕਟਿਸ ਸੈਟ ਸ਼ੇਅਰ ਕਰਾਂਗੇ ਟੈਲੀਗ੍ਰਾਮ ਤੇ। ਤਦ ਤੱਕ ਧਿਆਨ ਰੱਖੋ, ਪੜ੍ਹਦੇ ਰਹੋ, ਖਿਆਲ ਰੱਖੋ। ਬਾਏ ਬਾਏ, ਟੇਕ ਕੇਅਰ।